पासवर्ड पाऊंगे, पे करूंगे नेक्स्ट। ਆ ਦੇਖੋ ਫਿਰ ਤੁਹਾਡਾ URL, ਤੁਸੀਂ ਆਪਣੀ ਆਫਿਸ ਅਕਾਊਂਟ 'ਚ ਲੌਗਇਨ ਕਰ ਲੂਗੇ ਜਿਹੜਾ ਪੀਬੀ ਸਟੇਟ ਤੇ ਹੈ ਜੀ। ਤੁਸੀਂ URL ਧਿਆਨ ਨਾਲ ਪਾਉਣਾ ਜੀ, ਜਦੋਂ ਵੀ ਆਪਾਂ ਲੌਗਇਨ ਕਰਨਾ ਹੈ ਨਾ, ਇਹ ਆਫਿਸ ਪੀਬੀ ਸਟੇਟ ਹੀ ਖੋਲਣਾ ਜੀ ਤੁਸੀਂ ਸਾਰਿਆਂ ਨੇ। ਠੀਕ ਹੈ ਜੀ, ਆ ਦੇਖੋ ਇਹਦੇ 'ਚ ਕੀ ਆ, ਹੁਣ ਜਿਹੜਾ ਆਪਣਾ ਬੇਸਿਕ ਫਾਈਲ ਦਾ ਕੰਮ ਹੈ ਨਾ ਸਰ, ਸਾਰਾ ਫਾਈਲ ਮੈਨੇਜਮੈਂਟ ਸਿਸਟਮ 'ਚ ਹੈ ਜੀ। ਠੀਕ ਹੈ ਜੀ, ਆ ਜਿਹੜਾ ਆਪਣਾ URL ਹੈ, ਜਿਹੜਾ ਇਹ ਟ੍ਰੇਨਿੰਗ ਸਰਵਰ ਹੈ ਨਾ ਸਰ, ਪਹਿਲਾਂ ਹੁੰਦਾ ਸੀ ਆ ਈ ਆਫਿਸ ਈ ਫਾਈਲ MS ਰਿਪੋਰਟਸ। ਆ ਜਿਹੜਾ ਆਪਣਾ ਇੱਥੇ ਵੀ ਹੈਗਾ ਦੇਖੋ। ਚੁੱਪ ਕਰ ਗਿਆ ਕਿਆ ਸਵਾਲ ਲੈਣ ਆਪਾਂ ਕੀ ਲੈਣਾ। ਠੀਕ ਹੈ ਜੀ, ਜਿਹੜੀ ਈ ਫਾਈਲ MS ਰਿਪੋਰਟਸ ਹੈ, ਇਹਦੇ 'ਚ ਆਪਣੀ ਨਾ ਡਿਪਾਰਟਮੈਂਟ ਦੀ ਰਿਪੋਰਟ ਨਿਕਲ ਜਾਂਦੀ ਹੈ ਇੰਡੀਵਿਜੂਅਲੀ ਵੀ, ਔਰ ਬ੍ਰਾਂਚ ਵਾਈਜ਼ ਵੀ ਕਿਹੜੀ ਬ੍ਰਾਂਚ 'ਚ ਕਿੰਨਾ ਕੰਮ ਹੈ ਜੀ, ਕਿਸੇ ਬੰਦੇ ਨੇ ਕਿੰਨੀਆਂ ਫਾਈਲਾਂ ਤੇ ਕੰਮ ਕੀਤਾ, ਕਿੰਨੇ ਕਿੰਨੀ ਰਿਸੀਟ ਕੀਤੀ ਹੈ ਜੀ, ਉਹ ਇਹਦੇ 'ਚੋਂ ਰਿਪੋਰਟ ਨਿਕਲ ਆਉਂਦੀ ਹੈ ਜੀ। ਨੌਲੇਜ ਮੈਨੇਜਮੈਂਟ ਸਿਸਟਮ ਦਾ ਆਪਣਾ ਸ਼ਾਰਟ ਫਾਰਮ ਹੈਗਾ KMS। ਇਹਦੇ 'ਚ ਕੀ ਹੈ ਸਰ, ਜਿੱਦਾਂ ਨੋਟਿਸ ਬੋਰਡ ਤੇ ਨਾ ਕਿਸੇ ਨੇ ਕੋਈ ਨੋਟਿਸ, ਕਿਸੇ ਨੇ ਕੁਝ ਪਬਲਿਸ਼ ਕਰਨਾ, ਉਹ ਇਹਦੇ ਅੰਦਰ ਹੁੰਦਾ ਜੀ, KMS ਦੇ ਅੰਦਰੋਂ। ਇਹਦਾ ਨਾ ਰੋਲ ਦਿੱਤਾ ਜਾਂਦਾ ਇੱਕ ਬੰਦੇ ਨੂੰ, ਉਹੀ ਪਬਲਿਸ਼ ਕਰ ਸਕਦਾ ਜੀ ਸਿਰਫ ਉਹਨੂੰ ਨੋਟਿਸ ਬੋਰਡ ਤੇ। NIC ਮੇਲ ਕੀ ਹੈ, ਜਿਹੜੀ ਤੁਹਾਡੀ ਗਵਰਨਮੈਂਟ ਮੇਲ ਆਈਡੀ ਹੈ ਨਾ ਜੀ, ਉਹਦੇ ਲਈ ਇੱਥੋਂ ਅਗਰ ਤੁਸੀਂ ਆਪਣੀ ਜਿਹੜੀ ਈਮੇਲ ਆਈਡੀ ਹੈ, ਗਵਰਨਮੈਂਟ ਮੇਲ ਆਈਡੀ ਹੈ, ਉਹ ਅਗਰ ਤੁਸੀਂ ਆਪਣੀ ਈ ਆਫਿਸ ਅਕਾਊਂਟ ਨਾਲ ਇੰਟੀਗ੍ਰੇਟ ਕਰਾਉਣੀ ਹੈ, ਤਾਂ ਉਹਦੇ ਲਈ ਤੁਹਾਨੂੰ IMAP ਦੀ ਰਿਕੁਐਸਟ ਭੇਜਣੀ ਪੈਂਦੀ ਹੈ ਜੀ, ਈ ਫਾਰਮਸ ਚੋਂ। ਉਹਦੇ ਨਾਲ ਕੀ ਹੁੰਦਾ, ਜਿੱਦਾਂ ਤੁਸੀਂ ਇੱਥੋਂ ਗਵਰਨਮੈਂਟ ਮੇਲ ਆਈਡੀ ਲੌਗਇਨ ਕਰੋਗੇ, ਉਹ ਤੁਹਾਡੇ ਈ ਆਫਿਸ ਦੇ ਨਾਲ, ਈ ਆਫਿਸ ਦੇ ਅਕਾਊਂਟ ਨਾਲ ਲਿੰਕ ਹੋ ਜਾਏਗੀ ਜੀ। ਉਹਦੇ ਲਈ ਉਸ ਤੋਂ ਪਹਿਲਾਂ ਤੁਹਾਨੂੰ ਈ ਫਾਰਮ ਤੋਂ IMAP ਦੀ ਰਿਕੁਐਸਟ ਭੇਜਣੀ ਪੈਂਦੀ। ਠੀਕ ਹੈ ਜੀ, ਅੱਗੇ ਕੈਲੰਡਰ ਆ ਗਿਆ, ਆਪਣਾ ਗੈਲਰੀ ਹੈ। ਗੈਲਰੀ ਜਿੱਦਾਂ ਤੁਹਾਡੇ ਆਫਿਸ 'ਚ ਕੋਈ ਫੰਕਸ਼ਨ ਹੁੰਦਾ, ਉਹਦੀ ਪਿਕਚਰ। ਤਾਂ ਮੂਰੇ ਉਹ ਦੂਜੇ ਵਾਲਾ ਟੋਪੇ ਵਾਲਾ ਪਾਲਾ ਪੜਿਆ ਗਿਆ ਅੱਗੇ ਪਿੱਛੇ ਕਰ ਜਿਹੜਾ ਮੂਰੇ ਅੱਗੇ ਪਿੱਛੇ ਦਾ ਲਾ ਦੋ ਉਹਦਾ ਨਹੀਂ ਕਿਸੇ ਨੂੰ ਇੰਪਲੋਈ ਮਾਸਟਰ ਡਿਟੇਲ 'ਚ ਕੀ ਹੁੰਦਾ ਜੀ, ਕੋਈ ਨਵਾਂ ਇੰਪਲੋਈ ਕ੍ਰੀਏਟ ਕਰਨਾ ਆਪਾਂ, ਕਿਸੇ ਦੀ ਟ੍ਰਾਂਸਫਰ ਕਰਾਉਣੀ ਹੈ, ਜੁਆਇਨਿੰਗ ਕਰਨੀ ਹੈ, ਉਹ ਇਹਦੇ ਅੰਦਰ ਹੁੰਦੀ ਹੈ ਜੀ, ਇਹਦੇ ਅੰਦਰੋਂ ਹੋਏਗੀ ਜੀ। ਆਪਣਾ ਜਿਹੜਾ ਅੱਜ ਬੇਸਿਕ ਹੈ, ਆਪਾਂ ਦੇਖਣਾ ਫਾਈਲ ਤੇ ਕੰਮ ਕਿੱਦਾਂ ਕਰਨਾ ਜੀ, ਉਹ ਹੁੰਦਾ ਆਪਣਾ ਫਾਈਲ ਮੈਨੇਜਮੈਂਟ ਸਿਸਟਮ ਚੋਂ। ਜਦੋਂ ਆਪਾਂ ਫਾਈਲ ਮੈਨੇਜਮੈਂਟ ਸਿਸਟਮ ਤੇ ਕਲਿੱਕ ਕਰਦੇ ਹਾਂ ਜੀ, ਬਾਈ ਡਿਫਾਲਟ ਆਪਣਾ ਫਾਈਲ ਦਾ ਇਨਬਾਕਸ ਖੁੱਲਦਾ। ਠੀਕ ਹੈ, ਬਾਈ ਡਿਫਾਲਟ ਆਪਣਾ ਫਾਈਲ ਦਾ ਇਨਬਾਕਸ ਖੁੱਲਦਾ। ਆਪਾਂ ਰਸੀਟ 'ਚ ਜਾ ਕੇ ਚੈੱਕ ਕਰਨਾ ਵੀ ਆਪਾਂ ਨੂੰ ਕਿਸੇ ਡਾਇਰਿਸਟ ਨੇ ਜਾਂ ਕਲਰਕ ਨੇ ਆਪਾਂ ਨੂੰ ਕੋਈ ਲੈਟਰ ਡਾਇਰੀ ਕਰਕੇ ਤਾਂ ਨਹੀਂ ਭੇਜਿਆ ਹੋਇਆ ਜੀ। ਅਗਰ ਤਾਂ ਉਹਨੇ ਆਪਾਂ ਨੂੰ ਡਾਇਰੀ ਕਰਕੇ ਭੇਜਿਆ ਹੈਗਾ, ਤਾਂ ਆਪਣੇ ਰਿਸੀਟ ਦੇ ਇਨਬਾਕਸ 'ਚ ਆ ਜਾਏਗੀ ਜੀ। ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਡਾਇਰੀ ਕਰਨਾ ਦੱਸ ਦਿੰਦਾ ਵੀ ਆਪਾਂ ਆਪਣੇ ਈ ਆਫਿਸ ਦੇ ਵਿੱਚ, ਜਿੱਦਾਂ ਵੀ ਆਪਣੇ ਕੋਲ ਫਿਜ਼ੀਕਲ ਜਾਂ ਆਨਲਾਈਨ ਲੈਟਰ ਆਉਂਦਾ, ਆਪਣੇ ਕੋਲ ਮੇਲ ਤੇ ਆਉਂਦਾ, ਆਪਾਂ ਨੂੰ ਈ ਆਫਿਸ ਦੇ ਅੰਦਰ ਡਾਇਰੀ ਕਿੱਦਾਂ ਕਰਨਾ ਹੈ। ਠੀਕ ਹੈ ਜੀ, ਅਗਰ ਆਪਣੇ ਕੋਲ ਕੋਈ ਫਿਜ਼ੀਕਲ ਕਾਪੀ ਆਉਂਦੀ ਹੈ ਲੈਟਰ ਦੀ, ਉਹਨੂੰ ਆਪਾਂ ਕੀ ਕਰਨਾ, ਪਹਿਲਾਂ ਸਰਚੇਬਲ PDF 'ਚ ਸਕੈਨ ਕਰਨਾ ਜੀ। ਮੈਕਸਿਮਮ ਸਾਈਜ਼ 20 MB ਹੋਏਗਾ ਉਹਦਾ। ਠੀਕ ਹੈ ਜੀ, ਉਹ ਆਪਾਂ ਸਰਚੇਬਲ PDF ਬਣਾਉਣੀ ਹੈ। ਅਗਰ ਕੋਈ ਫਿਜ਼ੀਕਲ ਕਾਪੀ ਆਉਂਦੀ ਹੈ ਆਪਣੇ ਕੋਲ, ਹਾਰਡ ਕਾਪੀ ਆਉਂਦੀ ਹੈ, ਉਹਦਾ ਮੈਕਸਿਮਮ ਸਾਈਜ਼ 20 MB ਹੋਏਗਾ ਜੀ, ਉਹਨੂੰ ਆਪਣੇ ਸਿਸਟਮ 'ਚ ਲੈ ਆਵਾਂਗੇ ਆਪਾਂ। ਠੀਕ ਹੈ ਜੀ, ਅਗਰ ਆਪਾਂ ਨੂੰ ਮੇਲ ਤੇ ਆਉਂਦੀ ਹੈ, ਉਹਨੂੰ ਡਾਊਨਲੋਡ ਕਰ ਲਓ, ਉਹਦੀ PDF ਬਣਾ ਲਓ ਜੀ। ਠੀਕ ਹੈ ਜੀ, ਜਦੋਂ ਆਪਾਂ ਉਹਦੀ PDF ਬਣਾ ਕੇ ਆਪਣੇ ਸਿਸਟਮ 'ਚ ਲੈ ਆਉਂਦੀ, ਉਹਦੇ ਬਾਅਦ 'ਚੋਂ ਰਸੀਟ ਦੇ ਥੱਲੇ ਪਹਿਲਾ ਹੀ ਆਪਸ਼ਨ ਹੈ ਜੀ, ਬਰਾਊਜ਼ ਐਂਡ ਡਾਇਰਾਈਜ਼ ਦਾ, ਇੱਥੇ ਕਲਿੱਕ ਕਰੋ ਤੁਸੀਂ। ਠੀਕ ਹੈ ਜੀ, ਜਦੋਂ ਆਪਾਂ ਬਰਾਊਜ਼ ਐਂਡ ਡਾਇਰਾਈਜ਼ ਤੇ ਕਲਿੱਕ ਕਰਾਂਗੇ, ਆਪਣੇ ਆਪ ਪੇਜ ਡਿਸਪਲੇ ਹੋ ਜਾਂਦਾ ਜੀ। ਇਹ ਪੂਰਾ ਲੁੱਚਾ ਠੀਕ ਹੈ ਜੀ, ਇੱਥੇ ਲਿਖਿਆ ਵੀ ਹੋਇਆ ਅਪਲੋਡ ਓਨਲੀ PDF ਅਪ ਟੂ 20 MB। ਸਵਾਲ ਨਹੀਂ ਆਇਆ
ਠੀਕ ਹੈ ਜੀ, ਇੱਥੋਂ ਆਪਾਂ ਅਪਲੋਡ ਫਾਈਲ ਤੇ ਜਾਣਾ, ਮੈਨੂੰ ਵੀ 2 ਵਾਰੀ ਬਣਾਇਆ ਤੇ ਉਹ ਤੁਸੀਂ ਯੂਜ਼ ਕਰਿਆ ਕਰੋ। ਮੈਂ ਜਿੱਥੇ ਆਪਾਂ ਸਰਚੇਬਲ ਪੀਡੀਐਫ ਬਣਾ ਕੇ ਰੱਖੀ ਆ ਉੱਥੋਂ ਇਦਾਂ ਡਬਲ ਕਲਿੱਕ ਕਰਾਂਗੇ ਤਾਂ ਆਪਣੇ ਈ ਆਫਿਸ ਦੇ ਅਕਾਊਂਟ 'ਚ ਆ ਜਾਂਦੀ ਹੈ। ਇੱਥੇ ਤੱਕ ਸਮਝ ਆ ਗਿਆ ਜੀ, ਆਪਣੇ ਈ ਆਫਿਸ ਦੇ ਅਕਾਊਂਟ 'ਚ ਆਪਾਂ ਜਿਹੜੀ ਪੀਡੀਐਫ ਬਣਾਈ ਆ ਉਹ ਕਿੱਦਾਂ ਲੈ ਕੇ ਆਉਣੀ ਹੈ। ਇੱਥੋਂ ਅਪਲੋਡ ਫਾਈਲ ਤੇ ਜਾਓਗੇ, ਜਿੱਥੇ ਸਿਸਟਮ 'ਚ ਪਈ ਆ ਉੱਥੋਂ ਆਪਣੇ ਈ ਆਫਿਸ ਦੇ ਅਕਾਊਂਟ 'ਚ ਆ ਜਾਏਗੀ। ਉਹਦੇ ਬਾਅਦ ਚੋਂ ਸਰ ਇੱਧਰ ਨਾ ਡਾਇਰੀ ਡਿਟੇਲ ਹੈ, ਅਜੇ ਜਿਹੜਾ ਸੈਂਡਰ ਟਾਈਪ ਹੈ ਵਰਕਿੰਗ 'ਚ ਨਹੀਂ ਹੈਗਾ ਜੀ। ਠੀਕ ਹੈ ਜੀ, ਇੱਥੇ ਦੇਖੋ ਡਾਇਰੀ ਡਿਟੇਲਸ ਆਪਣਾ ਡਿਲੀਵਰੀ ਮੋਡ ਤੁਸੀਂ ਨਹੀਂ ਕੀਤਾ ਹੈ ਤੇ ਕੋਰਸਪੋਂਡੈਂਸ ਟਾਈਪ, ਇਹ ਰੈਡ ਐਸਟੈਰਿਕ ਮਾਰਕ ਹੈ। ਇਹ ਦੋਨੋਂ ਚੀਜ਼ਾਂ ਭਰਨੀਆਂ ਮੈਂਡੇਟਰੀ ਹੈ। ਡਿਲੀਵਰੀ ਮੋਡ ਆਪਣੇ ਕੋਲ ਲੈਟਰ ਆਇਆ ਕਿੱਦਾਂ, ਬਾਈ ਹੈਂਡ ਪੋਸਟ ਕੁਰੀਅਰ, ਜਿੱਦਾਂ ਵੀ ਆਇਆ ਤੁਸੀਂ ਡ੍ਰੌਪ ਡਾਊਨ ਤੋਂ ਸਿਲੈਕਟ ਕਰ ਲਓ। ਮੋਡ ਨੰਬਰ ਕੀ ਹੁੰਦਾ, ਕਈ ਵਾਰ ਆਪਣੇ ਕੋਲ ਸਪੀਡ ਪੋਸਟ ਜਾਂ ਕੁਰੀਅਰ ਆਉਂਦਾ, ਉਹਦੇ ਤੇ ਨਾ ਬਾਰਕੋਡ ਹੁੰਦਾ, ਬਾਰਕੋਡ ਦੇ ਥੱਲੇ ਇੱਕ ਨੰਬਰ ਹੁੰਦਾ, ਉਹ ਇੱਥੇ ਆ ਜਾਏਗਾ ਜੀ। ਮੋਡ ਨੰਬਰ ਕਹਿੰਦੇ ਆ ਆਪਾਂ ਨੂੰ, ਜਿਹੜਾ ਆਪਣੇ ਬਾਰਕੋਡ ਹੁੰਦਾ ਨਾ ਸਪੀਡ ਪੋਸਟ ਜਾਂ ਕੁਰੀਅਰ ਤੇ, ਉਹਦੇ ਥੱਲੇ ਇੱਕ ਨੰਬਰ ਹੁੰਦਾ, ਉਹਨੂੰ ਆਪਾਂ ਮੋਡ ਨੰਬਰ ਕਹਿੰਦੇ ਹਾਂ, ਇੱਥੇ ਆ ਜਾਏ। ਲੈਂਗੁਏਜ ਕੀ ਹੈ, ਇੰਗਲਿਸ਼, ਹਿੰਦੀ, ਪੰਜਾਬੀ, ਉਹ ਡ੍ਰੌਪ ਡਾਊਨ ਤੋਂ ਸਿਲੈਕਟ ਕਰ ਲਓ। ਉਦੋਂ ਕਿੰਨੀਆਂ ਭਰੀਆਂ ਹੋਈਆਂ ਸੀਗੀਆਂ, ਕਿੰਨੀਆਂ ਖਾਲੀ ਸੀ। ਕੋਰਸਪੋਂਡੈਂਸ ਆਪਣੇ ਮਤਲਬ ਅਗਰ ਲੈਟਰ ਦੇ ਉੱਪਰ ਕੋਈ ਰੈਫਰੈਂਸ ਨੰਬਰ ਮੈਂਸ਼ਨ ਹੋਏਗਾ ਤਾਂ ਉਹ ਇੱਥੇ ਆ ਜਾਏਗਾ ਜੀ, ਲੈਟਰ ਰੈਫਰੈਂਸ ਨੰਬਰ ਤੇ। ਠੀਕ ਹੈ ਜੀ, ਉਹਦੇ ਬਾਅਦ ਚ ਕੋਰਸਪੋਂਡੈਂਸ ਦਾ ਟਾਈਪ ਕੀ ਹੈ, ਲੈਟਰ ਦਾ, ਡਾਕੂਮੈਂਟ ਹੈ, 13 ਦੇ ਸੈਕਸ਼ਨ ਪੋਸਟਾਂ ਫਾਈਨਲ ਰਿਪਲਾਈ ਹੈ, ਗਾਈਡਲਾਈਨ ਹੈ, ਜੋ ਹੈ ਤੁਸੀਂ ਡ੍ਰੌਪ ਡਾਊਨ ਤੋਂ ਸਿਲੈਕਟ ਕਰ ਲਓ। ਠੀਕ ਹੈ ਜੀ, ਫਾਈਲ ਨੰਬਰ ਅਗਰ ਲੈਟਰ ਦੇ ਉੱਪਰ ਇਹਦੇ ਉੱਪਰ ਜਿਹੜੀ ਆਪਾਂ ਡਾਇਰੀ ਕੀਤੀ ਹੈ ਲੈਟਰ, ਅਗਰ ਇਹਦੇ ਤੇ ਕੋਈ ਲੈਟਰ ਫਾਈਲ ਨੰਬਰ ਮੈਂਸ਼ਨਡ ਹੈ ਤਾਂ ਇੱਥੇ ਆ ਜਾਏਗਾ। ਰਿਸੀਵ ਡੇਟ, ਆਪਾਂ ਲੈਟਰ ਰਿਸੀਵ ਕਦੋਂ ਕੀਤਾ, ਜਿਹੜੇ ਆਪਣੇ ਕੋ ਆਇਆ ਜੀ, ਉਹ ਆ ਜਾਏਗੀ ਜੀ। ਡਾਇਰੀ ਡੇਟ ਕੀ ਹੈ, ਇਹ ਸਰਵਰ ਦੀ ਹੈ ਜੀ, ਇਹਨੂੰ ਆਪਾਂ ਐਡਿਟ ਨਹੀਂ ਕਰ ਸਕਦੇ, ਇਹ ਸਰਵਰ ਦੀ ਡੇਟ ਚੱਕਦਾ ਜੀ। ਠੀਕ ਹੈ ਜੀ, ਆਹ ਦੇਖੋ ਐਡਿਟ ਨਹੀਂ ਹੋਏਗੀ। ਲੈਟਰ ਡੇਟ, ਜਿਹੜੇ ਡਿਪਾਰਟਮੈਂਟ ਤੋਂ ਆਪਣੇ ਕੋਲ ਲੈਟਰ ਆਇਆ ਉਹਨਾਂ ਨੇ ਕਦੋਂ ਇਸ਼ੂ ਕੀਤਾ ਜੀ। ਸਪੋਜ਼ ਇਹ ਆਪਾਂ ਨੂੰ 20 ਤਰੀਕ ਨੂੰ ਇਸ਼ੂ ਹੋਇਆ ਜੀ। ਅਗਰ ਤਾਂ ਕਿਸੇ ਵੀਆਈਪੀ ਤੋਂ ਹੈ ਜੀ ਤਾਂ ਡ੍ਰੌਪ ਡਾਊਨ ਤੋਂ ਸਿਲੈਕਟ ਕਰ ਲਓ, ਨਹੀਂ ਤਾਂ ਚੂਜ਼ ਵਨ ਹੀ ਰਹਿਣ ਦਿਓ, ਕਿਉਂਕਿ ਰੈਡ ਐਸਟੈਰਿਕ ਮਾਰਕ ਨਹੀਂ ਹੈਗਾ। ਇਹਦੇ ਸਿਰਫ ਡਾਇਰੀ ਡਿਟੇਲਸ, ਡਿਲੀਵਰੀ ਮੋਡ ਤੇ ਕੋਰਸਪੋਂਡੈਂਸ ਟਾਈਪ ਭਰਨਾ ਮੈਂਡੇਟਰੀ ਹੈ। ਠੀਕ ਹੈ ਜੀ, ਥੱਲੇ ਆ ਗਈ ਕੰਟੈਕਟ ਡਿਟੇਲਸ। ਇਹ ਕੰਟੈਕਟ ਡਿਟੇਲਸ ਆਪਾਂ ਉਸ ਡਿਪਾਰਟਮੈਂਟ ਦੀਆਂ ਭਰਨੀਆਂ ਜਿੱਥੋਂ ਆਪਾਂ ਨੂੰ ਲੈਟਰ ਆਇਆ। ਠੀਕ ਹੈ ਜੀ, ਇਹ ਕੰਟੈਕਟ ਡਿਟੇਲ ਆਪਾਂ ਉਸ ਡਿਪਾਰਟਮੈਂਟ ਦੀਆਂ ਭਰਨੀਆਂ ਜਿੱਥੋਂ ਆਪਾਂ ਨੂੰ ਲੈਟਰ ਆਇਆ ਜੀ। ਇੱਥੇ ਦੇਖ ਲਓ ਮਿਨਿਸਟਰੀ, ਡਿਪਾਰਟਮੈਂਟ ਤੇ ਐਡਰੈਸ, ਇਹ ਤਿੰਨੋਂ ਰੈਡ ਐਸਟੈਰਿਕ ਮਾਰਕ ਹੈ, ਤਿੰਨੋਂ ਭਰਨੇ ਮੈਂਡੇਟਰੀ ਹੈ ਜੀ। ਨੇਮ ਔਰ ਡੈਜ਼ਿਗਨੇਸ਼ਨ ਆਪਣੇ ਔਰੇਂਜ ਐਸਟੈਰਿਕ ਮਾਰਕ ਹੈ, ਦੋਨਾਂ ਚੋਂ ਜੋ ਵੀ ਲੈਟਰ ਤੇ ਇਹਦੇ ਤੇ ਮੈਂਸ਼ਨਡ ਹੋਏਗਾ, ਨੇਮ ਹੋਵੇ ਡੈਜ਼ਿਗਨੇਸ਼ਨ, ਉਹ ਤੁਸੀਂ ਇੱਥੇ ਮੈਂਸ਼ਨ ਕਰਨਾ ਜੀ। ਠੀਕ ਹੈ ਜੀ, ਅਗਰ ਕਿਸੇ ਮਿਨਿਸਟਰੀ ਤੋਂ ਤਾਂ ਡ੍ਰੌਪ ਡਾਊਨ ਤੋਂ ਸਿਲੈਕਟ ਕਰ ਲਓ, ਨਹੀਂ ਤਾਂ ਅਦਰਸ ਟਾਈਪ ਕਰ ਦਿਓ। ਜੋ ਵੀ ਲੈਟਰ ਤੇ ਮੈਂਸ਼ਨਡ ਹੈ ਉਹ ਇੱਥੇ ਭਰ ਦਿਓ ਜੀ, ਨੇਮ ਜਾਂ ਡੈਜ਼ਿਗਨੇਸ਼ਨ ਤੋਂ ਜੋ ਵੀ ਮੈਂਸ਼ਨ। ਠੀਕ ਹੈ ਜੀ, ਇੱਥੇ ਆਰਗੇਨਾਈਜੇਸ਼ਨ ਦਾ ਨਾਮ ਆ ਜਾਏਗਾ ਜਿੱਥੋਂ ਆਪਾਂ ਨੂੰ ਲੈਟਰ ਆਇਆ, ਇੱਥੇ ਉਹਨਾਂ ਦਾ ਐਡਰੈਸ ਆ ਜਾਏਗਾ। ਠੀਕ ਹੈ ਜੀ, ਇੱਥੋਂ ਸਟੇਟ ਸਿਲੈਕਟ ਕਰ ਲਓ ਆਪਣੀ। ਠੀਕ ਹੈ ਜੀ, ਇਹਦੇ ਚ ਜਿੰਨੀ ਤੁਹਾਡੇ ਕੋਲ ਡਿਟੇਲ ਹੈ ਨਾ ਜੀ, ਜਿਹੜੇ ਡਿਪਾਰਟਮੈਂਟ ਤੋਂ ਆਪਣੇ ਕੋਲ ਲੈਟਰ ਆਇਆ ਉਹ ਸਾਰੀ ਭਰ ਦਿਓ। ਨਹੀਂ ਇੱਕ ਜਣਾ ਬੋਲੀ ਜਾਊਗਾ ਤੇ ਕਿਹੜਾ ਭਰੀ ਜਾਊਗਾ, ਐਂ ਕਿਹਾ ਮੈਂ ਬੁਲਾ ਦੇਣਾ ਬਾਈ, ਕੋਈ ਗੱਲ ਨਹੀਂ, ਮੈਂ ਭਰ ਦੇਣਾ ਗੱਲ ਆਏ, ਆਪਣੇ ਦੋਨੋਂ ਹੀ ਪੱਕਾ ਇੱਕੋ ਹੀ ਆਏ ਆ। ਹੈਗੀ ਤਾਂ ਮਹਿੰਦੀ ਲੱਗ ਜਾਂਦੀ, ਆਪਾਂ ਬੰਨ ਕੇ ਲਾਇਆ ਕੋਈ ਵੀ ਭੈਣ ਦੀ ਨਜ਼ਰ ਲਾਉਂਦੇ ਆਪਾਂ ਨਜ਼ਰ ਤਾਂ ਹੁਣ ਲੱਗ ਗਈ, ਜਿਹੜੀ ਲੱਗਦੀ ਸੀ ਆਪਾਂ ਦਾ ਮਾੜਾ ਆਪਾਂ ਘਰੋਂ ਤੁਰਦੇ ਆ 50,000 ਮਿਲਣੀ ਆ, ਉਹ ਮਿਲਣੀ ਆ
ਜਿੱਦਾਂ ਮਰਜ਼ੀ ਮਿਲ ਜਾਵੇ ਨਾ ਫੜ ਲਓ ਜੀ ਨੂੰ ਕਰਨਾ ਆਪਾਂ ਘਰੋਂ ਤੁਰ ਕੇ ਆਏ, ਠੀਕ ਹੈ, ਆਪਾਂ ਕਿਹੜਾ ਕਿਸੇ ਦਾ ਮਾੜਾ ਕਰਨ ਵਾਲੇ ਕਰਨਾ। ਨਾ ਮਾੜਾ ਤਾਂ ਕੀਤਾ ਨਹੀਂ ਅਜੇ ਤੱਕ, ਉਹ ਮੂੰਹੋਂ ਬੋਲ ਪਈਦਾ ਵਾ, ਮੈਂ ਤਾਂ ਬੜਨ ਨੂੰ ਵੀ 20 ਵਾਰ ਸੁਣਾਤਾ। ਠੀਕ ਹੈ ਜੀ, ਆਹ ਕੰਟੈਕਟ ਡਿਟੇਲਸ ਦੇ ਉੱਪਰ ਨਾ ਆਪਣੇ ਕੋਲ ਇੱਕ ਆ ਇੱਥੇ ਹੈ ਐਡ ਟੂ ਐਡਰੈਸ ਬੁੱਕ ਦਾ ਆਪਸ਼ਨ। ਇਸ ਚੈੱਕ ਬਾਕਸ ਤੇ ਅਗਰ ਆਪਾਂ ਟਿਕ ਕਰਦੇ ਹਾਂ ਨਾ ਜੀ, ਸੈਟਿੰਗਸ ਦੇ ਅੰਦਰ ਆਪਣੀ ਐਡਰੈਸ ਬੁੱਕ ਆ, ਦੇਖੋ ਇਹਦੇ 'ਚ ਐਡਰੈਸ ਸੇਵ ਹੋ ਜਾਏਗਾ। ਇਨ ਫਿਊਚਰ ਜੇ ਸੇਮ ਡਿਪਾਰਟਮੈਂਟ ਤੋਂ ਕੋਈ ਲੈਟਰ ਆਉਂਦਾ, ਆਪਾਂ ਇੱਥੇ ਨੇਮ ਦੇ ਇਨੀਸ਼ੀਅਲਸ ਪਾਵਾਂਗੇ, ਆਟੋਮੈਟਿਕਲੀ ਸਾਰੀ ਕੰਟੈਕਟ ਡਿਟੇਲ ਆ ਜਾਏਗੀ ਜੀ। ਸਿਰਫ ਇੱਥੇ ਨੇਮ ਦੇ ਇਨੀਸ਼ੀਅਲਸ ਪਾਉਣੇ ਪੈਣੇ ਹਨ। ਠੀਕ ਹੈ ਜੀ, ਐਡ ਟੂ ਐਡਰੈਸ ਬੁੱਕ ਤੇ ਜਦੋਂ ਆਪਾਂ ਚੈੱਕ ਬਾਕਸ ਤੇ ਟਿਕ ਕਰਦੇ ਹਾਂ ਤਾਂ ਐਡਰੈਸ ਬੁੱਕ 'ਚ ਆਪਣੀ ਐਡਰੈਸ, ਇਹ ਐਡਰੈਸ ਸੇਵ ਹੋ ਜਾਂਦਾ ਹੈ ਜੀ। ਠੀਕ ਹੈ ਜੀ, ਉਹਦੇ ਬਾਅਦ 'ਚ ਇੱਥੇ ਹੈ ਕੈਟਾਗਰੀ ਐਂਡ ਸਬਜੈਕਟ। ਇਹਦੇ 'ਚ ਮੇਨ ਕੈਟਾਗਰੀ ਕੀ ਹੈ ਆਪਣੀ, ਉਹ ਸਿਲੈਕਟ ਕਰ ਲਓ ਤੁਸੀਂ। ਮੈਂ ਵੀ ਕਹਿੰਦਾ ਮੈਡਮ ਮਾਰੋ। ਠੀਕ ਹੈ ਜੀ, ਮੇਨ ਕੈਟਾਗਰੀ ਇਹਦੇ 'ਚ ਰੈੱਡ ਐਸਟੈਰਿਕ ਮਾਰਕ, ਇਹਦੇ 'ਚ ਦੇਖੋ ਕੈਟਾਗਰੀ ਐਂਡ ਸਬਜੈਕਟ 'ਚ ਮੇਨ ਕੈਟਾਗਰੀ ਤੇ ਸਬਜੈਕਟ ਰੈੱਡ ਐਸਟੈਰਿਕ ਮਾਰਕ ਹੈ ਜੀ, ਦੋਨੋਂ ਭਰਨੇ ਮੈਂਡੇਟਰੀ। ਆਪਾਂ ਸਪੋਜ਼ ਇਹਦਾ ਮੇਨ ਕੈਟਾਗਰੀ ACR ਸਿਲੈਕਟ ਕਰ ਲਈ ਜੀ। ਅਗਰ ਡ੍ਰੌਪ ਡਾਊਨ 'ਚ ਉਹਦਾ ਆਪਣਾ ਕੀ ਕਹਿੰਦੇ ਜੀ ਫਰਦਰ ਸਟੈਪ, ਜਿਹੜੀ ਮੇਨ ਕੈਟਾਗਰੀ ਉਹਨੂੰ ਫਰਦਰ ਸਬ ਕੈਟਾਗਰਾਈਜ਼ ਕੀਤੀ ਹੋਏਗੀ ਤਾਂ ਡ੍ਰੌਪ ਡਾਊਨ 'ਚ ਉਹਦਾ ਆ ਜਾਏਗਾ ਜੀ। ਤਾਂ ਉਹ ਤੁਸੀਂ ਆਪਸ਼ਨ ਡ੍ਰੌਪ ਡਾਊਨ ਤੋਂ ਸਿਲੈਕਟ ਕਰ ਚੱਲ ਸਕਦੀ ਆ, ਚੱਲਦੀ ਆ ਗੱਡੀ, ਚੱਲ ਸਕਦੀ ਆ। ਜੋ ਚੀਜ਼ ਪਹਿਲਾਂ ਵਾਲੀਆ ਨੇ ਕਰਾਇਆ ਸੀ ਅਹਿਸਾਸ, ਉਹ ਹੁਣ MLA ਕਰਾ ਰਿਹਾ ਅਹਿਸਾਸ। ਕਿੰਨੀ MLA ਸਵੇਰੇ ਦੀ ਮੇਰੀ ਭਾਂਜੀ ਆਈ ਆ, ਉਹ ਮੱਖੀਆਂ ਤੋਂ ਬੜਾ ਚੱਲਦੀ ਆ, ਹੁਣ ਉਹ ਉੱਥੇ ਮੱਖੀ ਮੁੱਖੀ ਹੈ ਨਹੀਂ ਹੈ ਨਾ, ਬਾਹਰ ਜਿਵੇਂ ਘਰ ਜੱਗੀ ਬਾਹਰ ਤੁਰੀਆਂ ਨਹੀਂ ਐਂ ਕਰੀ, ਉਹ ਮੈਂ ਪਤਾ ਐ ਤੁਰੀ ਜਾਂਦੀ ਥੋੜੀ ਬੱਚੇ ਮਾਰੀ ਨਹੀਂ ਮਾਂ ਬਹੁਤ ਮੱਖੀਆਂ। ਸਬਜੈਕਟ ਆਪਾਂ ਅਗਰ ਇਹ ਸਰਚੇਬਲ PDF ਆ ਤਾਂ ਲੈਟਰ 'ਚੋਂ ਕਾਪੀ ਪੇਸਟ ਕਰ ਸਕਦੇ ਹਾਂ, ਅਦਰਵਾਈਜ਼ ਨਹੀਂ ਤਾਂ ਟਾਈਪ ਕਰ ਲਓ ਜੀ। ਸਾਡੇ ਇੱਧਰ ਚਾਚਾ ਜੀ ਉਹਨਾਂ ਨੇ ਉਹ ਰੱਖਿਆ ਠੀਕ ਹੈ ਜੀ, ਇਨਕਲੋਜ਼ਰਸ ਕੀ ਕਈ ਵਾਰ ਨਾਲ ਆਪਣੇ ਨਾਲ ਹੀ ਆ CD ਜਾਂ ਪੈਨ ਡਰਾਈਵ ਹੁੰਦੀ ਆ, ਇੱਥੇ ਮੈਂਸ਼ਨ ਕਰ ਦਿਓ। ਆਪਣੇ ਬਰਾਂਡੇ 'ਚ ਭਰਿਆ ਪਿਆ ਹੁਣ ਮੈਂ ਥੱਲੇ ਆਪਣੇ ਕੋਲ ਇੱਕ ਆਪਸ਼ਨ ਹੈ ਕਸਟਮਾਈਜ਼ ਐਕਨੋਲੇਜਮੈਂਟ ਦਾ। ਉਹ ਘਰ ਦੀ ਜਿਹੜੀ ਚੁੰਨੀ ਰੱਖਦੀ ਆ ਭੈਣ ਦੇ ਕਰਮਾਂ ਨੂੰ, ਉਹ ਢੇਰ ਲੱਗਿਆ ਪਿਆ ਬਰਾਂਡੇ 'ਚ ਭੈਣ। ਠੀਕ ਹੈ, ਥੱਲੇ ਆਪਣੇ ਕੋਲ ਇੱਕ ਆਪਸ਼ਨ ਹੈਗਾ ਕਸਟਮਾਈਜ਼ ਐਕਨੋਲੇਜਮੈਂਟ ਦਾ, ਇਹ ਆਪਸ਼ਨਲ ਹੈ ਜੀ ਚੈੱਕ ਬਾਕਸ। ਸਾਡੇ ਵੀ ਇਹੀ ਇਹਨਾਂ ਟਿਕ ਕਰਨਾ, ਅਗਰ ਕੋਈ ਡਿਪਾਰਟਮੈਂਟ ਆਪਣੇ ਤੋਂ ਰਿਸੀਵਿੰਗ ਮੰਗਦਾ ਵੀ ਆਪਾਂ ਉਹਨਾਂ ਦਾ ਜਿਹੜਾ ਲੈਟਰ ਆਇਆ ਆਪਾਂ ਐਕਸੈਪਟ ਕਰ ਲਿਆ ਜੀ, ਉਸ ਕੇਸ 'ਚ ਆਪਾਂ ਚੈੱਕ ਬਾਕਸ ਤੇ ਟਿਕ ਕਰਨਾ ਅਗਰ ਕੋਈ ਆਪਣੇ ਤੋਂ ਰਿਸੀਵਿੰਗ ਮੰਗਦਾ। ਠੀਕ ਹੈ, ਥੱਲੇ ਦੋ ਬਟਨ ਹੈ, ਜਨਰੇਟ ਐਂਡ ਸੈਂਡ। ਆਪਾਂ ਜਨਰੇਟ ਐਂਡ ਸੈਂਡ ਤੇ ਜਾਣਾ ਜੀ। ਗਾਲਾਂ ਦੇ ਖਾਣ ਕਰੂੰਗਾ ਜੀ, ਇੱਕ ਦੋ ਵਾਰ ਜਿਹੜੇ ਮੂੰਹ ਚੋਂ ਊਂ ਹੀ ਨਿਕਲ ਜਾਣੀ ਆ, ਉਹ ਆਪ ਯਾਦ ਕਰ ਲੈਣਾ। ਹੁਣ ਮੇਰੇ ਨਾ ਮੂੰਹ ਚ ਪੈ ਜਾਂਦੀ ਸਾਲਾ ਨਿਕਲ ਗਿਆ ਗੱਡੀ ਦੀ, ਬਸ ਸਾਲਾ ਕੀ ਕਰੀ ਜਾਂਦਾ, ਮੈਂ ਕਿਹਾ ਤੂੰ ਆ ਕਿੱਥੋਂ ਸਿੱਖ ਲਿਆ ਉਹ ਵਰਡ ਸਾਲਾ ਵਾਲਾ ਕਿਆ ਕਰਨ ਦਾ ਸਿਖਾਇਆ? ਯਾਰ ਮੈਂ ਬਾਤ ਕਿਹਾ ਮੈਂ ਨਹੀਂ ਨਿਕਲਿਆ ਯਾਰ ਕਈ ਜਿੱਤੇ ਹੋਏ ਆ ਉਹ ਸਾਲਾ ਆ ਕੀ ਲਿਖਿਆ ਇਹ ਕਿੱਥੇ ਮੈਂ ਸੀ ਕੋਲ ਭਾਈ ਪਾਲਾ ਭਾਈ ਕਾਰਡਰ ਭਾਈ ਮੈਂ ਤੇ ਕੁੜੀ ਨਾ ਅੱਗੇ ਪਤਾ ਨਹੀਂ ਕਿ ਤੁਸੀਂ ਜਾ ਰਿਹਾ ਹੈ ਨਾ, ਮੈਂ ਕਦੇ ਜਾ ਨਹੀਂ ਗਿਆ। ਹੁਣ ਜੇ ਕਿਤੇ ਬਾਈਕ ਤੋਂ ਦੇਖੇ ਜੀ ਨਾਲ ਮੈਂ ਕਹਿੰਦਾ ਉਹਨਾਂ ਵੀ ਹਨਾ ਯਾਰ ਆਪਾਂ ਕੀ ਯਾਰ ਠੀਕ ਹੈ ਜੀ, ਜਦੋਂ ਆਪਾਂ ਜਨਰੇਟ ਐਂਡ ਸੈਂਡ ਤੇ ਕਲਿੱਕ ਕਰਦੇ ਹਾਂ ਜੀ, ਆਹ ਵਾਲੀ ਵਿੰਡੋ ਓਪਨ ਹੋਏਗੀ। ਸਰ ਇੱਕ ਨਾ ਬੜੀ ਜ਼ਰੂਰੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਪਿਆ, ਜਿਹੜੀ ਆਪਾਂ ਜਿਹੜਾ ਡਾਇਰਿਸਟ ਆ, ਜਿਹੜੀ ਆਪਾਂ ਰਸੀਟ ਡਾਇਰੀ ਕਰਕੇ ਅੱਗੇ ਫਾਰਵਰਡ ਕਰਨੀ ਹੈ ਨਾ ਜੀ, ਇਹ ਮਲਟੀਪਲ ਪਰਸਨਸ ਨੂੰ ਜਾ ਸਕਦੀ ਹੈ। ਮੇਰੀ ਗੱਲ ਦੱਸਾਂ ਸੁਣ, ਇਹ ਮੇਰਾ ਠੀਕ ਹੈ ਜੀ, ਹਾਲ ਹੋਇਆ ਇਹ ਗੱਲ ਦਾ ਧਿਆਨ ਰੱਖਿਓ, ਜਿਹੜੀ ਰਸੀਟ ਹੈ ਉਹ ਮਲਟੀਪਲ ਪਰਸਨਸ ਨੂੰ ਜਾ ਸਕਦੀ ਹੈ। ਫਾਈਲ ਹਮੇਸ਼ਾ ਇੱਕੋ ਬੰਦੇ ਕੋ ਜਾਏਗੀ ਜੀ, ਫਾਈਲ ਹੈ ਜਿਹੜੀ ਉਹ ਇੱਕੋ ਬੰਦੇ ਕੋ ਜਾਏਗੀ। ਟੂ 'ਚ ਕੀ ਹੈ, ਆਪਾਂ ਮੇਨ ਰੈਸੀਪੀਐਂਟ ਦਾ ਨਾਮ ਐਡਰੈਸ ਪਾਵਾਂਗੇ, ਤੁਸੀਂ ਨਾਮ ਦੇ ਇਨੀਸ਼ੀਅਲਸ ਪਾਓਗੇ, ਡ੍ਰੌਪ ਡਾਊਨ 'ਚ ਇੱਦਾਂ ਆ ਜਾਏਗਾ ਜੀ, ਤੁਸੀਂ ਉਹਨਾਂ ਦੀ ਬ੍ਰਾਂਚ, ਡਿਪਾਰਟਮੈਂਟ ਤੇ ਡੈਜ਼ਿਗਨੇਸ਼ਨ ਪੜ੍ਹ ਕੇ, ਕਿਉਂਕਿ ਕਈ ਵਾਰ ਇੱਕ ਨਾਮ ਦੇ ਕਈ ਬੰਦੇ ਹੁੰਦੇ ਆ ਜੀ ਡਿਪਾਰਟਮੈਂਟ 'ਚ, ਤੁਸੀਂ ਉਹਨਾਂ ਦਾ ਨਾਮ, ਉਹਦੇ ਬਾਅਦ 'ਚ ਉਹਨਾਂ ਦਾ ਡੈਜ਼ਿਗਨੇਸ਼ਨ ਤੇ ਡਿਪਾਰਟਮੈਂਟ ਧਿਆਨ ਨਾਲ ਪੜ੍ਹ ਕੇ ਫੇਰ ਭੇਜਣੀ ਹੈ ਜੀ ਇਹ। ਠੀਕ ਹੈ ਜੀ, ਮੇਨ ਰੈਸੀਪੀਐਂਟ ਦਾ ਨੇਮ 2 'ਚ ਆ ਜਾਏਗਾ ਜੀ,
ਸੀਸੀ ਚ ਆਪਾਂ ਫॉर ਇਨਫੋਰਮੇਸ਼ਨ ਜਿਨ੍ਹਾਂ ਨੂੰ ਭੇਜਣੀ ਹੈ ਉਹਨਾਂ ਦੀ ਐਡਰੈਸ ਪਾ ਦਿਓ। ਮੈਂ ਹੁਣ ਕਿੱਥੇ ਬਦਲਾਂਗੇ, ਲੇਟ ਹੋ ਮੇਰੀ ਜਾਣਾ। ਰਾਤ 12 ਵਜੇ ਤੱਕ ਵੀ ਨੀਂਦ ਨਹੀਂ ਹੈ ਫਿਰ ਉਦੋਂ ਬਾਅਦ ਮੈਂ ਸਾਢੇ 12 ਵਜੇ ਪੌਣੇ ਠੀਕ ਹੈ ਜੀ। ਸੀਸੀ ਚ ਦੇਖ ਆਪਾਂ ਮਲਟੀਪਲ ਪਰਸਨ ਦੇ ਐਡਰੈਸਿਸ ਪਾ ਦਾਂਗੇ ਜਿਨ੍ਹਾਂ ਨੂੰ ਫॉर ਇਨਫੋਰਮੇਸ਼ਨ ਆਪਾਂ ਭੇਜਣੀ ਹੈ। ਕੁਝ ਨਹੀਂ ਹੋਇਆ ਮੈਸੇਜ ਮੈਂ ਸੈਂਡ ਦਵਾ ਦਾਂਗਾ। 12 ਵਜੇ ਤੱਕ ਨੀਂਦ ਨਹੀਂ ਹੈ। ਠੀਕ ਹੈ ਜੀ। ਡਿਊ ਡੇਟ, ਐਕਸ਼ਨ, ਪ੍ਰਾਇੋਰਟੀ, ਰਿਮਾਰਕਸ ਇਹ ਆਪਣੇ ਜਿਹੜੇ ਸੀਨੀਅਰ ਆ ਉਹੀ ਸੈੱਟ ਕਰ ਸਕਦੇ ਆ, ਆਪਣੇ ਕਲਰਕ ਜਾਂ ਡਾਇਰਿਸਟ ਨਹੀਂ ਕਰਨਗੇ ਜੀ। ਗੱਲਾਂ ਕਰਦੇ ਆਪਾਂ ਕਰ ਦਾਂਗੇ ਸੈਂਡ। ਠੀਕ ਹੈ ਜੀ। ਆਪਾਂ ਕੀ ਕੀਤਾ, ਆਪਾਂ ਡਾਇਰੀ ਕਰਕੇ ਲੈਟਰ ਅੱਗੇ ਭੇਜਤਾ ਡੀਲਿੰਗ ਹੈਡ ਨੂੰ ਜਾਂ ਆਪਣੇ ਸੀਨੀਅਰ ਜਿੱਦਾਂ ਵੀ ਤੁਹਾਡੇ ਕੰਮ ਹੁੰਦਾ ਹੈ ਡਿਪਾਰਟਮੈਂਟ 'ਚ, ਡਾਇਰਿਸਟ ਜਾਂ ਕਲਰਕ ਇਹਨੂੰ ਰਸੀਟ ਬਣਾ ਕੇ ਜਦੋਂ ਅੱਗੇ ਫਾਰਵਰਡ ਜਿਹਨੂੰ ਵੀ ਕਰਦੇ ਉਸ ਹਿਸਾਬ ਨਾਲ ਹੀ ਹੋਏਗਾ। ਠੀਕ ਹੈ ਜੀ। ਆ ਜੋ ਹੈ ਇਹ ਜਦੋਂ ਆਪਾਂ ਕਸਟਮਾਈਜ਼ ਐਕਨੋਲੇਜਮੈਂਟ ਤੇ ਚੈੱਕ ਬਾਕਸ ਤੇ ਟਿਕ ਕੀਤਾ ਸੀ ਨਾ ਜੀ, ਇਹ ਆਪਣੀ ਸਿਸਟਮ ਜਨਰੇਟਿਡ ਐਕਨੋਲੇਜਮੈਂਟ ਹੈ। ਇਹਨੂੰ ਤੁਸੀਂ ਜੇ ਐਡਿਟ ਕਰਨਾ ਤਾਂ ਐਡਿਟ ਵੀ ਕਰ ਸਕਦੇ ਹੋ। ਹਾਂ ਠੀਕ ਹੈ ਜੀ। ਉਹਦੇ ਬਾਅਦ ਚ ਦੇਖੋ ਇਹਦੇ ਥੱਲੇ ਵੀ ਦੋ ਆਪਸ਼ਨ ਹੈ, ਸੈਂਡ ਲੇਟਰ ਤੇ ਕੰਟੀਨਿਊ। ਆਪਾਂ ਕੰਟੀਨਿਊ ਤੇ ਕਲਿੱਕ ਕਰਨਾ ਜੀ। ਜਦੋਂ ਆਪਾਂ ਕੰਟੀਨਿਊ ਤੇ ਕਲਿੱਕ ਕਰਦੇ ਹਾਂ ਤਾਂ ਆਪਣੇ ਕੋਲ ਆ ਪੇਜ ਡਿਸਪਲੇ ਹੁੰਦਾ ਜੀ। ਉਹ ਤਾਂ ਕਹਿੰਦਾ ਨਹੀਂ ਸਾਰਿਆਂ ਨੂੰ ਇਹਦੇ ਚ ਕੀ ਹੈ, ਸੈਂਟ ਥਰੂ ਮੇਲ ਤੇ ਪੋਸਟ। ਆਪਾਂ ਦੋਨੋਂ ਮੋਡ, ਸਰ ਦੱਸੋ ਕਿੱਥੇ ਅਗਰ ਆਪਾਂ ਮੇਲ ਤੇ ਭੇਜਣਾ ਜੀ ਤਾਂ ਆਪਾਂ ਮੇਲ ਦੇ ਚੈੱਕ ਬਾਕਸ ਤੇ ਟਿਕ ਕਰ ਦਾਂਗੇ। ਅਗਰ ਬਾਈ ਪੋਸਟ ਭੇਜਣਾ, ਅਗਰ ਆਪਾਂ ਦੋਨੋਂ ਮੋਡ ਤੇ ਵੀ ਭੇਜਣਾ ਤਾਂ ਆਪਾਂ ਦੋਨੋਂ ਸਿਲੈਕਟ ਕਰਨੇ ਆ। ਇੱਥੇ ਕੀ ਆ, ਮੇਲ ਐਡਰੈਸ ਤੇ ਮੇਲ ਪਾ ਦਿਓ ਉਹਨਾਂ ਦਾ ਜਿਨ੍ਹਾਂ ਨੂੰ ਆਪਾਂ ਮੇਲ ਤੇ ਭੇਜਣਾ। ਠੀਕ ਹੈ ਜੀ। ਬਾਈ ਪੋਸਟ ਲਈ ਕੀ, ਅਗਰ ਬਾਈ ਪੋਸਟ ਭੇਜਣਾ ਆਪਾਂ ਤਾਂ ਡਬਲ ਐਰੋ ਤੇ ਕਲਿੱਕ ਕਰਕੇ ਪ੍ਰਿੰਟ ਆਊਟ ਲੈ ਕੇ ਬਾਈ ਪੋਸਟ ਭੇਜ ਦਿਓ ਜੀ ਐਕਨੋਲੇਜਮੈਂਟ। ਸਰ SMS ਸਰਵਿਸ ਪੇਡ ਹੁੰਦੀ ਹੈ ਜਾਂ ਖੁਦ ਐਕਟੀਵੇਟ ਕਰਾਉਣੀ ਪੈਂਦੀ ਹੈ। ਠੀਕ ਹੈ। ਉਹਦੇ ਬਾਅਦ ਚੋਂ ਡਿਸਪੈਚ ਡੇਟ ਆ ਜਾਏਗੀ ਇੱਥੇ ਆਪਣੀ, ਇੱਥੇ ਰਿਮਾਰਕਸ ਪਾ ਦਿਓ ਡਿਸਪੈਚ ਤੇ ਇੱਥੋਂ ਕਰ ਦਿਓ ਸੈਂਡ। ਠੀਕ ਹੈ ਜੀ। ਆ ਦੇਖੋ ਸਰ ਇੱਥੇ ਕੀ ਹੈ, ਜਿਹੜੀ ਐਕਨੋਲੇਜਮੈਂਟ ਆਪਾਂ ਭੇਜਦੇ ਆ ਉਹਦਾ ਸੈਂਟ 'ਚ ਜਾ ਕੇ ਚੈੱਕ ਕਰ ਸਕਦੇ ਹੋ। ਆ ਦੇਖੋ ਆ ਐਕਨੋਲੇਜਮੈਂਟ ਨੰਬਰ ਲੱਗ ਗਿਆ ਜੀ, ਆ ਕੰਪਿਊਟਰ ਨੰਬਰ ਆ ਦੇਖੋ ਆਪਾਂ ਦੋਨੋਂ ਮੋਡ ਸਿਲੈਕਟ ਕੀਤੇ ਸੀ, ਮੇਲ ਤੇ ਪੋਸਟ। ਮੇਲ ਦਾ ਡੇਟ ਟਾਈਮ ਵੀ ਆ ਜਾਂਦਾ। ਇੱਕ ਗੱਲ ਦਾ ਧਿਆਨ ਰੱਖਿਓ ਜੀ, ਐਕਨੋਲੇਜਮੈਂਟ ਦਾ ਕ੍ਰੀਏਟਿਡ ਤੇ ਸੈਂਟ ਅੱਡ ਹੈ, ਆਪਣਾ ਰਿਸੀਟ ਦਾ ਕ੍ਰੀਏਟਿਡ ਤੇ ਸੈਂਟ ਅੱਡ ਹੈ ਜੀ। ਸੰਪੂਰਨ ਪੇਮੈਂਟ ਕੀਤੀ ਆ ਉਹ ਐਕਸਪੈਂਡੀਚਰ ਠੀਕ ਹੈ ਜੀ। ਹੁੰਦੀ ਹੈ। ਠੀਕ ਹੈ ਸਰ। ਆ ਦੇਖੋ ਇਦਾਂ ਹੀ ਆਪਾਂ ਰਸੀਟ ਦਾ ਸੈਂਟ ਚੈੱਕ ਕਰਦੇ ਹਾਂ। ਆ ਰਸੀਟ ਦਾ ਸੈਂਟ ਆਪਣਾ ਆ ਦੇਖੋ, ਆ ਲੈਟਰ ਸੀ ਜਿਹੜਾ ਆਪਾਂ ਹੁਣੇ ਡਾਇਰੀ ਕਰਕੇ ਭੇਜਿਆ। ਆ 2 ਚ ਆਪਾਂ ਮੇਨ ਰੈਸੀਪੀਐਂਟ ਆਹ ਪਾਏ ਸੀ ਜੀ, ਸਟੈਪ ਲੈਂਦੇ ਹੋਣਗੇ ਪਹਿਲਾਂ ਸੀਸੀ ਚ ਆਪਾਂ 2 ਰੈਸੀਪੀਐਂਟ ਰੱਖੇ ਸੀ। ਵਗੈਰਾ ਕਰਨ ਵਾਲੀ ਪਈ ਹੋਊ। ਆ ਸੀਸੀ ਚ ਐਡਰੈਸ ਸੀ ਜੀ। ਸੈਕਿੰਡ ਅਪਰੂਵਲ ਪਾਉਣ ਵਾਲੀ ਪਈ ਹੋਊ, ਪ੍ਰੋਗਰੈਸ ਰਿਪੋਰਟਿੰਗ ਕਰਨ ਵਾਲੀ ਪਈ ਹੋਊਗੀ। ਠੀਕ ਹੈ ਜੀ। ਆ ਦੇਖੋ ਇੱਥੇ ਨਾ ਆਪਣੇ ਕੋ ਕੀ ਹੁੰਦਾ, ਆਪਾਂ ਆ ਦੇਖੋ ਸਰ ਇੱਥੇ ਨਾ ਆਪਣੇ ਕੋਲ ਇੱਕ ਆਪਸ਼ਨ ਹੁੰਦਾ ਸੈਂਟ 'ਚ, ਇਹ ਆਪਣੇ ਫਾਈਲ ਦੇ ਸੈਂਟ 'ਚ ਵੀ ਹੋਏਗਾ ਜੀ ਤੇ ਰਸੀਟ ਦੇ ਸੈਂਟ 'ਚ ਵੀ, ਪੁੱਲ ਬੈਕ ਦਾ ਆਪਸ਼ਨ। ਪੁੱਲ ਬੈਕ ਦਾ ਆਪਸ਼ਨ ਜੀ। ਆ ਦੇਖੋ ਥੱਲੇ ਪੁੱਲ ਬੈਕ ਦਾ ਆਪਸ਼ਨ ਨਹੀਂ ਹੈਗਾ। ਇਹ ਕਿਉਂ ਨਹੀਂ ਹੈਗਾ ਜੀ, ਜਿਹੜੇ ਬੰਦੇ ਨੂੰ ਆਪਾਂ ਰਸੀਟ ਭੇਜੀ ਆ ਡਾਇਰੀ ਕਰਕੇ ਜਾਂ ਫਾਈਲ ਭੇਜੀ ਆ, ਉਹਨਾਂ ਨੇ ਅਗਰ ਉਹ ਖੋਲ ਕੇ ਪੜ੍ਹ ਲਿਆ ਤਾਂ ਉਹਨਾਂ ਫਿਰ ਆਪਣੇ ਕੋਲ ਪੁੱਲ ਬੈਕ ਦਾ ਆਪਸ਼ਨ ਨਹੀਂ ਆਏਗਾ ਜੀ। ਠੀਕ ਹੈ ਜੀ। ਕਈ ਵਾਰ ਕੀ ਹੁੰਦਾ, ਆਪਾਂ ਜਲਦੀ ਜਲਦੀ ਚ ਗਲਤ ਬੰਦੇ ਨੂੰ ਰਸੀਟ ਜਾਂ ਫਾਈਲ ਭੇਜਤੀ ਜੀ, ਅਗਰ ਤਾਂ ਉਹਨਾਂ ਨੇ ਨਹੀਂ ਖੋਲ ਕੇ ਪੜ੍ਹੀ ਤਾਂ ਆਪਣੇ ਕੋਲ ਪੁੱਲ ਬੈਕ ਦਾ ਆਪਸ਼ਨ ਹੋਏਗਾ। ਅਗਰ ਉਹਨਾਂ ਨੇ ਖੋਲ ਕੇ ਪੜ੍ਹ ਲਿਆ ਫਿਰ ਆਪਣੇ ਕੋਲ ਪੁੱਲ ਬੈਕ ਦਾ ਆਪਸ਼ਨ ਨਹੀਂ ਹੋਏਗਾ। ਉਸ ਕੇਸ ਚ ਕੀ ਹੈ ਜੀ, ਆਪਾਂ ਨੂੰ ਉਹਨਾਂ ਨੂੰ ਵਰਬਲੀ ਮੈਸੇਜ ਕਨਵੇ ਕਰਨਾ ਪਏਗਾ ਵੀ ਉਹ ਆਪਾਂ ਨੂੰ ਇਹ ਸੈਂਡ ਬੈਕ ਕਰ ਦੇਣ, ਰਸੀਟ ਆਪਾਂ ਗਲਤੀ ਨਾਲ ਉਹਨਾਂ ਨੂੰ ਭੇਜਤੀ ਹੈ ਜੀ। ਅਗਰ ਆਪਣੇ ਕੋਲ ਪੁੱਲ ਬੈਕ ਦਾ ਆਪਸ਼ਨ ਹੈਗਾ ਜੀ ਤਾਂ ਆਪਾਂ ਇੱਥੇ ਜਾਵਾਂਗੇ। ਆ ਦੇਖੋ ਆਪਾਂ ਗਏ ਤਾਂ ਇਦਾਂ ਦਾ ਆਪਣੇ ਕੋਲ ਰਿਮਾਰਕਸ ਵਾਲਾ ਆਪਸ਼ਨ ਖੁੱਲ ਜਾਏਗਾ, ਰੀਜ਼ਨ ਫॉर ਪੁੱਲ ਬੈਕ। ਮੈਂ ਤੁਹਾਨੂੰ ਆਹ ਦਿਖਾਉਣਾ, ਇਹ ਹੈਗਾ ਆਪਣੇ ਕੋਲ 17744। ਇੱਥੇ ਰਿਮਾਰਕਸ ਪਾ ਦਿਓ ਸੈਂਟ ਬਾਈ ਮਿਸਟੇਕ। ਆ ਦੇਖੋ ਵਾਪਸ ਆਪਣੇ ਇਨਬਾਕਸ 'ਚ ਆ ਗਿਆ ਹੋਣਾ ਜੀ ਲੈਟਰ, ਆ ਗਿਆ ਜੀ ਦੁਬਾਰਾ ਇਨਬਾਕਸ। ਆਪਾਂ ਪੁੱਲ ਬੈਕ ਉਨੀ ਦੇਰ ਹੀ ਕਰ ਸਕਦੇ ਹਾਂ ਜੇ ਅਗਰ ਉਹ ਜਿਹੜੇ ਬੰਦੇ ਨੂੰ ਉਹਨੇ ਉਹਨੂੰ ਖੋਲ ਕੇ ਰੀਡ ਨਹੀਂ ਕੀਤਾ ਜੀ, ਔਰ ਇਹ ਸੈਂਟ ਚੋਂ ਹੀ ਪੁੱਲ ਬੈਕ ਹੋਏਗੀ। ਫਾਈਲ ਵੀ ਇਦਾਂ ਹੀ ਪੁੱਲ ਬੈਕ ਹੋ ਜਾਂਦੀ ਹੈ ਜੀ। ਸਰ ਇੱਥੇ ਤਾਂ ਕਿਸੇ ਨੂੰ ਕੋਈ ਡਾਊਟ ਹੈਗਾ ਤਾਂ ਪੁੱਛ ਲਓ ਇੱਕ ਵਾਰੀ ਪਲੀਜ਼।
ਠੀਕ ਹੈ ਸਰ। ਹੁਣ ਆਪਣਾ ਕੀ ਹੁੰਦਾ ਜਿੱਦਾਂ ਆਪਣੇ ਕੋ ਕਿ ਆਪਣੇ ਆਪਾਂ ਜਿੱਦਾਂ ਹੁਣ ਡਾਇਰਿਸਟ ਨੇ ਜਾਂ ਕਲਰਕ ਨੇ ਆਪਾਂ ਨੂੰ ਡਾਇਰੀ ਕਰਕੇ ਇੱਕ ਲੈਟਰ ਭੇਜਤਾ। ਹੁਣ ਆਪਾਂ ਇਹ ਦੇਖਣਾ ਆਪਾਂ ਨੂੰ ਫਾਈਲ 'ਚ ਪੁੱਟ ਅਪ ਕਿੱਦਾਂ ਕਰਨਾ ਜੀ। ਠੀਕ ਹੈ ਜੀ, ਉਹਦੇ 'ਚ ਦੋ ਤਰੀਕੇ, ਇੱਕ ਤਾਂ ਇੱਥੇ ਚੈੱਕ ਬਾਕਸ ਤੇ ਟਿਕ ਕਰਕੇ ਪੁੱਟ ਇਨ ਫਾਈਲ ਕਰ ਲਓ ਜੀ। ਦੂਜਾ ਕੀ ਹੈ, सर समझने की जरूरत नहीं है। अगर तो किसी ट्रांसफर फाइल के रिलेटेड है जी, रेडियो बटन पे टिक कर ਕਿਸ ਆਪਾਂ ਨਵੀਂ ਫਾਈਲ ਬਣਾਉਣੀ ਹੈ, ਉਹਦੇ 'ਚ ਕੀ ਹੈ, ਕ੍ਰੀਏਟ ਨॉन ਐਸਐਫਐਸ। थोड़ा रिपीट कर दो ये बात। ਜਦੋਂ ਆਪਾਂ ਕ੍ਰੀਏਟ ਨॉन ਐਸਐਫਐਸ ਤੇ ਕਰਦੇ ਹਾਂ, ਕਲਿੱਕ ਕਰਦੇ ਹਾਂ ਕ੍ਰੀਏਟ ਤੇ ਨॉन ਐਸਐਫਐਸ ਤੇ, ਆਪਣੇ ਕੋਲ ਇਦਾਂ ਦਾ ਫਾਈਲ ਖੁੱਲ ਜਾਂਦਾ ਜੀ। ਇਹਦੇ 'ਚ ਚਾਰ ਫਾਈਲ ਲੈਣਾ, ਬੇਸਿਕ, आवाज नहीं सही आ रही, रिपीट कर दो जी। ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। सर थोड़ी भी नहीं आ रही। ਹੈਲੋ, ਠੀਕ ਹੈ ਜੀ। ਬੇਸਿਕ ਬੇਸਿਕ 'ਚ ਆਪਣੇ ਡਿਪਾਰਟਮੈਂਟ ਦਾ ਨਾਮ ਆਏਗਾ, ਪ੍ਰਾਇਮਰੀ 'ਚ ਆਪਣੀ ਬ੍ਰਾਂਚ ਆ ਜਾਏਗੀ ਜੀ। ਠੀਕ ਹੈ ਜੀ, ਪ੍ਰਾਇਮਰੀ 'ਚ ਆਪਣੀ ਬ੍ਰਾਂਚ ਆ ਜਾਏਗੀ। ਜਿਸ ਮੈਟਰ ਤੇ ਆਪਾਂ ਫਾਈਲ ਤਿਆਰ ਕਰਨੀ ਹੈ ਜੀ, ਉਹ ਆ ਜਾਏਗਾ। सर थोड़ी आवाज नहीं आ रही जी, कट रही है आवाज थोड़ी। ਠੀਕ ਹੈ ਜੀ, ਇਹਦੇ 'ਚ ਜਿਹੜੇ ਮੈਟਰ ਤੇ ਆਪਾਂ ਫਾਈਲ ਤਿਆਰ ਕਰਨੀ ਹੈ ਜੀ, ਉਹਦਾ ਇੱਥੇ ਉਹ ਫਾਈਲ ਐਡਿਟ ਤੋਂ ਸਿਲੈਕਟ ਕਰ ਲਾਂਗੇ ਆਪਾਂ ਡਰੌਪ ਡਾਊਨ ਚੋਂ ਪਾਇਆ ਜੀ। ਅਗਰ ਇਹ ਫਰਦਰ ਸਬ ਕੈਟੇਗਰਾਈਜ਼ਡ ਕੀਤਾ ਹੋਇਆ ਤਾਂ ਟਰਸਰੀ 'ਚ ਡਰੌਪ ਡਾਊਨ 'ਚ ਆਪਣੇ ਕੋਲ ਆ ਜਾਏਗਾ, ਆਪਾਂ ਸਿਲੈਕਟ ਕਰ ਲਾਂਗੇ। ਅੱਗੇ ਆਪਣਾ ਈਅਰ ਆ ਗਿਆ ਜੀ। ਸਰ ਆਪਣਾ ਨਾ ਨੈਟ, ਜਿਹੜਾ ਤੁਹਾਡਾ ਨੈਟ ਆ ਉਹ ਚੈੱਕ ਕਰੋ, ਤੁਹਾਡਾ ਸਹੀ ਨਹੀਂ ਚੱਲਦਾ ਜੀ, ਤਾਂ ਨਹੀਂ ਆਵਾਜ਼ ਆ ਰਹੀ, ਕਿਉਂਕਿ ਤੁਹਾਡੀ ਵੌਇਸ ਮੇਰੇ ਤੱਕ ਆਉਂਦੀ ਨਹੀਂ ਜੀ, ਬ੍ਰੇਕ ਕਰਦੀ ਪਈ ਆ ਬਹੁਤ ਜ਼ਿਆਦਾ। ਆਵਾਜ਼ ਸਰ ਨਹੀਂ ਕਲੀਅਰ ਤੁਹਾਡੀ ਆ ਰਹੀ, ਬਾਕੀ ਜਗ੍ਹਾ ਵੀ ਨਹੀਂ ਆ ਰਹੀ ਕਲੀਅਰ ਤੁਹਾਡੀ। ਆਪਣਾ ਨੈਟ ਸਹੀ ਚੱਲਦਾ ਪਿਆ ਨਾ, ਨੈਟ ਸਹੀ ਚੱਲਦਾ ਪਿਆ। ਸਰ ਜਿਨ੍ਹਾਂ ਨੇ ਮੀਟਿੰਗ 'ਚ ਜੀ ਜਾਣਾ ਅੱਗੇ ਉਹ ਚੱਲ ਈਅਰ ਜਾਣਗੇ, ਆਇਆ ਕੱਲ ਆਪਣਾ, ਅਟੈਂਡ ਕਰ ਲੈਣਗੇ ਜੀ ਵੀਸੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਬਾਈ। ਬਸ ਵਧੀਆ ਵਧੀਆ, ਤੁਸੀਂ ਸੁਣਾਓ। ਤੇ ਕਿੱਥੇ ਜੇ ਹੁਣ? ਸਰ ਆਹ ਜਿਹੜਾ ਆਪਾਂ ਫਾਈਲ 'ਚ ਕਿੱਦਾਂ ਪੁੱਟ ਅਪ ਕਰਨਾ, ਮੈਂ ਦੁਬਾਰਾ ਦੱਸਦਾ ਇੱਕ ਵਾਰੀ ਨਾ, ਆਪਣੇ ਨੈਟ ਤੇ ਚੈੱਕ ਕਰ ਲਓ, ਨੈਟ ਸਹੀ ਚੱਲਦਾ ਪਿਆ ਸਾਰਿਆਂ ਦਾ। ਉਹਦਾ ਨੰਬਰ ਕਿਹੜਾ ਹੈ? ਸਰ ਮੈਂ ਇੱਕ ਗੱਲ ਪੁੱਛਣੀ ਸੀ, ਜਿਵੇਂ ਸਾਡੀ ਮੀਟਿੰਗ ਆ, ਅਸੀਂ ਜਾ ਸਕਦੇ ਹਾਂ, ਕੱਲ ਅਟੈਂਡ ਕਰ ਲਾਂਗੇ ਸਰ ਵੀਸੀ। ਬਾਹਰ ਲਾਣਾ ਜਾਂ 79 ਵਾਲਾ ਜਿਹੜਾ? ਸਰ ਚੈਟ 'ਚ ਟਾਈਪ ਕਰ ਦਿਓ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਆਵਾਜ਼ ਕਿਉਂ ਨਹੀਂ ਆ ਰਹੀ ਮੇਰਾ? ਆ ਦੇਖੋ ਉਹਨਾਂ ਨੇ ਲਿਖਿਆ ਨੈਟਵਰਕ ਇਜ਼ ਗੁੱਡ ਇਨਫ। ਆਪਣੇ
ਉਹ ਚੈੱਕ ਤਾਂ ਕਰਦੇ ਆ ਤੇ ਆਪਾਂ ਨੇ 98 ਦੇ ਭਈਆਂ ਨੇ ਵੀਰੇ 178 ਹੈ ਮੈਂ ਕਿਹਾ ਕਮੀ ਨਹੀਂ ਭਰੀਆਂ ਕਿੰਨੀਆਂ ਹੋ ਗਈਆਂ? ਖਾਲੀ ਵੀ ਦੱਸ ਕਹਿੰਦੇ ਸਹੀ ਆ ਦੇਖੋ ਉਹਨਾਂ ਨੂੰ ਕਹਿ ਸਕਦੇ ਚੈਟ 'ਚ ਟਾਈਪ ਕਰਦੇ ਆ ਨਾ ਆ ਦੇਖੋ ਸਾਰਿਆਂ ਨੂੰ ਹੀ ਦਿੱਕਤ ਆ ਰਹੀ ਹੈ ਨਾ ਇੱਧਰ ਸਰ ਦਾ ਵੀ ਮੈਸੇਜ ਆਇਆ ਨਾ ਜਲੰਧਰ ਵੀ ਨਹੀਂ ਜਾਂਦੀ ਕੋਈ ਆਵਾਜ਼ ਆ ਤਾਂ ਸਰ ਨੇ ਚਲੋ ਇਹ ਲਿਖਿਆ ਕਾਈਂਡਲੀ ਰਿਪੀਟ ਪੁੱਟ ਇਨ ਫਾਈਲ ਇਹ ਤਾਂ ਮੈਂ ਇਹ ਦੱਸਣਾ ਦੁਬਾਰਾ ਸਰ ਨੈਟਵਰਕ ਇਜ਼ ਗੁੱਡ ਡਿਸਕਨੈਕਟ ਕਰ ਤੇ ਸਾਰੇ ਦੁਆਰਾ ਜੁਆਇਨ ਕਰਨਾ ਪੈਣਾ ਪੁਰਾਣੇ ਵਾਲਾ ਨਹੀਂ ਨਾ ਹੈਗਾ ਵੀ ਮੈਂ ਛੱਡੀ ਆ ਮੀਟਿੰਗ ਤਾਂ ਪੱਕ ਗਿਆ ਸਰ ਹੁਣ ਆ ਰਹੀ ਹੈ ਜੀ ਆਵਾਜ਼ ਹੈਲੋ ਜੀ ਹਾਂਜੀ ਠੀਕ ਆ ਹੁਣ ਹਾਂਜੀ ਸਰ ਸਹੀ ਆ ਰਹੀ ਹੈ ਠੀਕ ਹੈ ਜੀ ਠੀਕ ਹੈ ਸਰ ਮੈਂ ਦੁਬਾਰਾ ਦੱਸ ਦਿੰਦਾ ਆਪਾਂ ਫਾਈਲ 'ਚ ਕਿੱਦਾਂ ਪੁੱਟ ਅਪ ਕਰਨਾ ਅਗਰ ਕੋਈ ਲੈਟਰ ਆਪਾਂ ਨੂੰ ਡਾਇਰੀ ਕਰਕੇ ਕਲਰਕ ਜਾਂ ਡਾਇਰੀ 'ਚ ਭੇਜਦਾ ਹੈ ਠੀਕ ਹੈ ਜੀ ਦੇਖੋ ਪਹਿਲਾ ਤਰੀਕਾ ਕੀ ਹੈ ਅਗਰ ਤੁਸੀਂ ਨਹੀਂ ਖੋਲ ਕੇ ਪੜ੍ਹਨੀ ਰਸੀਟ ਆ ਚੈੱਕ ਬਾਕਸ ਤੇ ਟਿਕ ਕਰਕੇ ਪੁੱਟ ਇਨ ਫਾਈਲ ਕਰੋ ਜੀ ਠੀਕ ਹੈ ਜੀ ਦੂਜਾ ਤਰੀਕਾ ਕੀ ਹੈ ਤੁਸੀਂ ਰਸੀਟ ਨੰਬਰ ਤੇ ਕਲਿੱਕ ਕਰੋ ਇੱਥੋਂ ਤੁਹਾਡੀ ਰਸੀਟ ਓਪਨ ਹੋ ਜਾਏਗੀ ਜੀ ਉੱਪਰ ਆਪਣੇ ਕੋਲ ਤੀਜਾ ਹੀ ਆਪਸ਼ਨ ਆ ਦੇਖੋ ਸਰ ਇੱਥੇ ਪੁੱਟ ਇਨ ਫਾਈਲ ਠੀਕ ਹੈ ਜੀ ਹੁਣ ਜਦੋਂ ਆਪਾਂ ਪੁੱਟ ਇਨ ਫਾਈਲ ਤੇ ਸਰ ਕਲਿੱਕ ਕਰਦੇ ਆ ਆਪਣੇ ਕੋ ਆ ਦੇਖੋ ਇੱਧਰ ਡ੍ਰੌਪ ਲੈਫਟ ਹੈਂਡ ਸਾਈਡ ਬਾਟਮ ਨਾ ਸੌਰੀ ਰਾਈਟ ਹੈਂਡ ਸਾਈਡ ਬਾਟਮ ਤੇ ਨਾ ਜਿੰਨੀਆਂ ਵੀ ਆਪਣੀ ਇਨਬਾਕਸ ਦੀਆਂ ਫਾਈਲਾਂ ਸਾਰੀਆਂ ਡਿਸਪਲੇ ਹੋਣਗੀਆਂ ਅਗਰ ਤਾਂ ਇਹ ਲੈਟਰ ਆ ਜਿਹੜਾ ਕਿਸੇ ਪੁਰਾਣੇ ਫਾਈਲ ਦੇ ਰਿਲੇਟਡ ਆ ਤਾਂ ਤੁਸੀਂ ਉਸ ਫਾਈਲ ਨੰਬਰ ਦੇ ਅੱਗੇ ਨਾ ਰੇਡੀਓ ਬਟਨ ਹੈ ਇੱਥੇ ਟਿਕ ਕਰਕੇ ਅਟੈਚ ਕਰੋ ਆਟੋਮੈਟਿਕਲੀ ਇਹਦੇ ਅੰਦਰ ਉਹ ਫਾਈਲ ਅਟੈਚ ਹੋ ਜਾਏਗੀ ਰਸੀਟ ਅਟੈਚ ਹੋ ਜਾਏਗੀ ਫਾਈਲ ਦੇ ਅੰਦਰ ਇਨ ਕੇਸ ਜੇ ਆਪਾਂ ਨਵੀਂ ਫਾਈਲ ਬਣਾਉਣੀ ਹੈ ਤਾਂ ਆਪਾਂ ਕ੍ਰੀਏਟ ਨੌਨ ਐਸਐਫਐਸ ਤੇ ਜਾਵਾਂਗੇ ਜੀ ਜਦੋਂ ਆਪਾਂ ਕ੍ਰੀਏਟ ਤੇ ਕਲਿੱਕ ਕਰਾਂਗੇ ਨਾ ਇੱਥੇ ਨੌਨ ਐਸਐਫਐਸ ਦਾ ਆਪਸ਼ਨ ਆਏਗਾ ਆਪਾਂ ਉੱਤੇ ਕਲਿੱਕ ਕਰਨਾ ਹੈ ਉੱਥੋਂ ਕੀ ਹੈ ਆਪਣੇ ਕੋਲ ਜੀ ਆ ਫਾਈਲ ਕਵਰ ਓਪਨ ਹੋ ਜਾਏਗਾ ਠੀਕ ਹੈ ਜੀ ਇਦਾਂ ਫਾਈਲ ਕਵਰ ਆਪਣੇ ਕੋਲ ਫਾਈਲ ਕਵਰ ਓਪਨ ਹੋ ਜਾਏਗਾ ਜੀ ਇਹਦੇ 4 ਤਰ੍ਹਾਂ ਦੇ ਫਾਈਲ ਹੈਡ ਹੈ ਜੀ ਬੇਸਿਕ ਪ੍ਰਾਇਮਰੀ ਸੈਕੰਡਰੀ ਤੇ ਟਰਸ਼ਰੀ ਬੇਸਿਕ ਚ ਕੀ ਹੈ ਜੀ ਆਪਾਂ ਆਪਣਾ ਡਿਪਾਰਟਮੈਂਟ ਦਾ ਨਾਮ ਸਿਲੈਕਟ ਕਰਾਂਗੇ ਠੀਕ ਹੈ ਜੀ ਪ੍ਰਾਇਮਰੀ ਚ ਆਪਾਂ ਆਪਣੀ ਬ੍ਰਾਂਚ ਸਿਲੈਕਟ ਕਰਾਂਗੇ ਜਿਹੜੀ ਬ੍ਰਾਂਚ ਆਪਾਂ ਕੰਮ ਕਰਦੇ ਆ ਮੈਂ ਦੁਬਾਰਾ ਦੱਸ ਦਿੰਦਾ ਬੇਸਿਕ ਚ ਆਪਣੇ ਡਿਪਾਰਟਮੈਂਟ ਦਾ ਨਾਮ ਆਏਗਾ ਜੀ ਪ੍ਰਾਇਮਰੀ ਚ ਆਪਣੀ ਬ੍ਰਾਂਚ ਆਏਗੀ ਸੈਕੰਡਰੀ ਚ ਆਪਾਂ ਉਹ ਮੈਟਰ ਆਪਾਂ ਸੈਕੰਡਰੀ ਚ ਉਹ ਆਪਸ਼ਨ ਸਿਲੈਕਟ ਕਰਨਾ ਡ੍ਰੌਪ ਡਾਊਨ ਚੋਂ ਜਿਹਦੇ ਰਿਗਾਰਡਿੰਗ ਆਪਾਂ ਫਾਈਲ ਤਿਆਰ ਕਰਨੀ ਹੈ ਜੀ ਠੀਕ ਹੈ ਜੀ ਜਿਹੜਾ ਆਪਣਾ ਸੈਕੰਡਰੀ ਆ ਅਗਰ ਇਹ ਫਰਦਰ ਆਪਾਂ ਸਬ ਕੈਟੇਗਰਾਈਜ਼ ਕੀਤਾ ਹੋਏਗਾ ਜੀ ਪਾਇਲਟ ਤਾਂ ਡ੍ਰੌਪ ਡਾਊਨ ਚ ਆ ਜਾਏਗਾ ਤਾਂ ਸਿਲੈਕਟ ਹੋ ਜਾਏਗਾ ਜੀ ਅਗਰ ਨਹੀਂ ਹੈਗਾ ਤਾਂ ਇਹਨੂੰ ਤੁਸੀਂ ਖਾਲੀ ਵੀ ਛੱਡ ਸਕਦੇ ਹੋ ਠੀਕ ਹੈ ਜੀ ਉਹਦੇ ਬਾਅਦ ਚ ਇੱਥੇ ਈਅਰ ਆ ਜਾਏਗਾ ਆਪਣਾ 2022 2022 ਤੇ ਆਪਣਾ ਡੀਲਿੰਗ ਐਂਡ ਦਾ ਸੀਟ ਕੋਡ ਆ ਜਾਏਗਾ ਜੀ ਆਵਾਜ਼ ਫੇਰ ਉਵੇਂ ਹੋ ਗਈ ਸਰ ਸੇਮ ਇਸ਼ੂ
ਠੀਕ ਹੈ ਸਰ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿਉਂਕਿ ਆਵਾਜ਼ ਨਹੀਂ ਆ ਰਹੀ ਸੀ। ਇਹਦੇ 4 ਤਰ੍ਹਾਂ ਦੀ ਫਾਈਲ ਹੈਡ ਹੁੰਦੇ ਆ ਜੀ, ਬੇਸਿਕ, ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਜੀ। ਬੇਸਿਕ ਚ ਕੀ ਹੈ ਸਰ, ਆਪਾਂ ਆਪਣਾ ਡਿਪਾਰਟਮੈਂਟ ਦਾ ਨਾਮ ਸਿਲੈਕਟ ਕਰਨਾ। ਪ੍ਰਾਇਮਰੀ ਚ ਆਪਣੀ ਬ੍ਰਾਂਚ ਆਏਗੀ। ਸੈਕੰਡਰੀ ਚ ਆਪਾਂ ਜਿਸ ਮੈਟਰ ਤੇ ਫਾਈਲ ਤਿਆਰ ਕਰਨੀ ਹੈ ਜੀ, ਉਹ ਆਪਾਂ ਡ੍ਰੌਪ ਡਾਊਨ ਚੋਂ ਸਿਲੈਕਟ ਕਰ ਲੈਣਾ। ਉਹਦੇ ਬਾਅਦ ਚੋਂ ਆਪਣਾ ਈਅਰ ਆ ਜਾਏਗਾ, ਡੀਲਿੰਗ ਐਂਡ ਦਾ ਸੀਟ ਕੋਡ ਆ ਜਾਏਗਾ। ਡਿਸਕ੍ਰਿਪਸ਼ਨ ਚ ਕੀ ਹੈ, ਡਿਸਕ੍ਰਿਪਸ਼ਨ ਚ ਕੀ ਆ, ਆਪਾਂ ਡਿਸਕ੍ਰਿਪਸ਼ਨ ਚ ਤੁਸੀਂ ਇਹ ਟਾਈਪ ਕਰ ਦਿਓ ਜੋ ਡਿਸਕ੍ਰਿਪਸ਼ਨ ਪਾਉਣੀ ਹੈ ਤੁਸੀਂ, ਫਾਈਲ ਦੀ ਉਹ ਆ ਜਾਏਗੀ ਜੀ। ਇੱਕ ਤੋਂ ਮੇਨ ਕੈਟਾਗਰੀ ਸਿਲੈਕਟ ਕਰ ਲਓ। ਠੀਕ ਹੈ, ਆਪਣੇ ਰਿਮਾਰਕਸ ਆ ਜਾਣਗੇ ਇੱਥੇ, ਟੈਸਟ ਫਾਈਲ। ਠੀਕ ਹੈ ਜੀ, ਉਹਦੇ ਬਾਅਦ ਚੋਂ ਆਪਣੇ ਕੋਲ ਥੱਲੇ ਆਪਸ਼ਨ ਹੈ ਕੰਟੀਨਿਊ ਵਰਕਿੰਗ ਦਾ ਜੀ, ਆਪਾਂ ਇੱਥੇ ਕਲਿੱਕ ਕਰਨਾ। ਜਦੋਂ ਆਪਾਂ ਇੱਥੇ ਕਲਿੱਕ ਕਰਦੇ ਹਾਂ ਜੀ, ਆਪਣੇ ਕੋਲ ਉੱਪਰ ਇੱਕ ਮੈਸੇਜ ਆਏਗਾ, receipt is inserted in the newly created file। ਠੀਕ ਹੈ ਜੀ, ਬੇਸਿਕ ਚ ਆਪਾਂ ਡਿਪਾਰਟਮੈਂਟ ਦਾ ਨਾਮ ਸਿਲੈਕਟ ਕੀਤਾ ਸੀ, ਉਹਦਾ ਕੋਡ A ਆ ਗਿਆ ਜੀ। ਉਹਦੇ ਬਾਅਦ ਚੋਂ ਆਪਾਂ ਆਪਣੀ ਬ੍ਰਾਂਚ ਸਿਲੈਕਟ ਕੀਤੀ ਸੀ, ਉਹਦਾ ਕੋਡ 11 ਆ ਗਿਆ। ਆ ਜਿਹੜਾ 0 ਹੈ ਜੀ, ਇਹ ਆ ਆਪਣਾ ਪ੍ਰਾਇਮਰੀ ਤੇ ਸੈਕੰਡਰੀ ਦੇ ਵਿੱਚ ਸੈਪਰੇਟਰ ਹੈ। 0 ਐਜ਼ ਏ ਸੈਪਰੇਟਰ ਹੈ ਜੀ ਆਪਣੇ ਪ੍ਰਾਇਮਰੀ ਤੇ ਸੈਕੰਡਰੀ ਦੇ ਵਿੱਚ। ਉਹਦੇ ਬਾਅਦ ਚੋਂ ਆ ਗਿਆ /1। 1 ਆ ਖਾਲੀ ਜਗ੍ਹਾ ਦਾ, ਇਹਦਾ ਮਤਲਬ ਹੈ ਇਸ ਫਾਈਲ ਹੈਡ ਤੇ ਇਹ ਫਸਟ ਫਾਈਲ ਹੈ ਜਿਹੜੀ ਆਪਾਂ ਤਿਆਰ ਕਰਦੇ ਪਏ ਹਾਂ ਜੀ। ਠੀਕ ਹੈ ਜੀ, ਆ ਖਾਲੀ ਜਗ੍ਹਾ ਦਾ 1 ਆ ਗਿਆ, ਇਹਦਾ ਮਤਲਬ ਇਹ ਹੈ ਇਹ ਪਹਿਲੀ ਫਾਈਲ ਹੈ ਜੀ ਇਸ ਫਾਈਲ ਹੈਡ ਤੇ ਜਿਹੜੀ ਆਪਾਂ ਕ੍ਰੀਏਟ ਕਰਨ ਲੱਗੇ ਹਾਂ। ਉਹਦੇ ਬਾਅਦ ਚੋਂ ਈਅਰ ਆ ਗਿਆ ਆਪਣਾ, ਅੱਗੇ ਆ ਗਿਆ ਡੀਲਿੰਗ ਐਂਡ ਦਾ ਸੀਟ ਕੋਡ, ਇਹ ਕਰ ਦੋ ਓਕੇ। ਇਹ ਜਿਹੜੀ ਰਸੀਟ ਸੀ ਇਹ ਆਪਾਂ ਨਵੀਂ ਫਾਈਲ ਦੇ ਅੰਦਰ ਲਾ ਦਿੱਤੀ ਹੈ। ਸਰ ਇੱਥੇ ਤੱਕ ਸਮਝ ਆ ਗਿਆ ਜੀ ਸਾਰਿਆਂ ਨੂੰ? ਇਹ ਆਪਾਂ ਰਸੀਟ ਡਾਇਰੀ ਕਿੱਦਾਂ ਕਰਨਾ, ਉਹਦੇ ਬਾਅਦ ਚ ਜਿਹੜੀ ਰਸੀਟ ਕੋਈ ਡਾਇਰੀ ਕਰਕੇ ਆਪਣੇ ਕੋਲ ਆਉਂਦੀ ਆ, ਆਪਾਂ ਉਹਨੂੰ ਫਾਈਲ ਚ ਕਿੱਦਾਂ ਪੁੱਟ ਅਪ ਕਰਨਾ ਜੀ। ਓਕੇ। ਠੀਕ ਹੈ ਜੀ, ਜਿਹੜੀ ਫਾਈਲ ਆਪਾਂ ਖੁਦ ਕ੍ਰੀਏਟ ਕਰਦੇ ਹਾਂ ਜੀ, ਉਹ ਫਾਈਲ ਦੇ ਅੰਦਰ ਹੋਏਗੀ। ਜਿਹੜੀ ਆਪਾਂ ਖੁਦ ਕ੍ਰੀਏਟ ਕਰਦੇ ਹਾਂ ਜੀ ਫਾਈਲ, ਉਹ ਕ੍ਰੀਏਟਡ ਦੇ ਅੰਦਰ ਕੰਪਲੀਟਡ ਚ ਹੋਏਗੀ। ਠੀਕ ਹੈ ਜੀ, ਆਹ ਫਾਈਲ ਸੀ ਦੇਖੋ, ਜਿਹੜੀ ਫਾਈਲ ਆਪਾਂ ਖੁਦ ਕ੍ਰੀਏਟ ਕਰਦੇ ਹਾਂ ਜੀ, ਉਹ ਫਾਈਲਸ ਦੇ ਅੰਦਰ ਕ੍ਰੀਏਟਡ ਦੇ ਅੰਦਰ ਕੰਪਲੀਟਡ ਚ ਹੋਏਗੀ। ਅਗਰ ਆਪਾਂ ਨੂੰ ਕੋਈ ਫਾਈਲ ਭੇਜਦਾ ਜੀ, ਉਹ ਆਪਣੇ ਇਨਬਾਕਸ ਚ ਆਏਗੀ ਫਾਈਲ। ਆ ਦੇਖੋ, ਠੀਕ ਹੈ ਜੀ, ਮੈਂ ਦੁਬਾਰਾ ਦੱਸ ਦਿੰਦਾ, ਅਗਰ ਕੋਈ ਫਾਈਲ ਆਪਾਂ ਨੂੰ ਭੇਜਦਾ ਉਹ ਆਪਣੇ ਇਨਬਾਕਸ ਚ ਆਏਗੀ। ਅਗਰ ਜਿੱਦਾਂ ਹੁਣ ਆਪਾਂ ਖੁਦ ਫਾਈਲ ਕ੍ਰੀਏਟ ਕੀਤੀ ਹੈ ਤਾਂ ਉਹ ਕ੍ਰੀਏਟਡ ਦੇ ਅੰਦਰ ਕੰਪਲੀਟਡ ਚ ਆਏਗੀ। ਆ ਦੇਖੋ, ਆ ਫਾਈਲ ਜਿਹੜੀ ਆਪਾਂ ਹੁਣੇ ਕ੍ਰੀਏਟ ਕੀਤੀ ਹੈ ਜੀ, ਫਾਈਲ ਹਮੇਸ਼ਾ ਫਾਈਲ ਨੰਬਰ ਤੋਂ ਓਪਨ ਹੋਏਗੀ ਜੀ। ਆ ਦੇਖੋ, ਠੀਕ ਹੈ ਜੀ, ਫਾਈਲ ਨੰਬਰ ਤੋਂ ਜਦੋਂ ਆਪਾਂ ਫਾਈਲ ਓਪਨ ਕਰ ਲੈਂਦੇ ਆ, ਲੈਫਟ ਹੈਂਡ ਸਾਈਡ ਇਹਦਾ ਨੋਟਿੰਗ ਪੋਰਸ਼ਨ ਹੈ ਜੀ, ਰਾਈਟ ਹੈਂਡ ਸਾਈਡ ਆਪਣਾ ਕੋਰਸਪੋਂਡੈਂਸ ਪੋਰਸ਼ਨ ਆ ਜਾਂਦਾ, ਜਿਹੜੀ ਆਪਾਂ ਡਾਇਰੀ ਕਰਕੇ ਲੈਟਰ ਆਇਆ ਸੀ ਉਹ ਅਟੈਚ ਕਰਦੇ ਆ ਫਾਈਲ। ਠੀਕ ਹੈ ਜੀ, ਹੁਣ ਇਹਦੇ ਚ 2 ਤਰ੍ਹਾਂ ਦੇ ਆਪਣੇ ਕੋਲ ਨੋਟਿੰਗ ਹੈ, ਇੱਕ ਹੈਗੀ ਹੈ ਗ੍ਰੀਨ ਨੋਟ, ਇੱਕ ਹੈਗਾ ਯੈਲੋ ਨੋਟ। ਠੀਕ ਹੈ ਜੀ, ਇੱਕ ਆਪਣੇ ਕੋਲ ਹੈਗਾ ਗ੍ਰੀਨ ਨੋਟ, ਇੱਕ ਹੈਗਾ ਆਪਣੇ ਕੋਲ ਯੈਲੋ। ਡਿਫਰੈਂਸ ਕੀ ਹੈ ਦੋਨਾਂ ਚ ਜੀ? ਅਗਰ ਆਪਾਂ ਗ੍ਰੀਨ ਨੋਟਿੰਗ ਚ ਨੋਟ ਟਾਈਪ ਕਰਕੇ ਭੇਜ ਦਿੰਦੇ ਆ, ਅੱਗੇ ਮੂਵ ਕਰ ਦਿੰਦੇ ਆ ਫਾਈਲ, ਤਾਂ ਇਹ ਫਿਕਸ ਨੋਟ ਜਾਂਦਾ ਜੀ, ਇਹਦੇ ਚ ਕੋਈ ਚੇਂਜਸ ਨਹੀਂ ਕਰ ਸਕਦਾ ਤੁਹਾਡੇ ਗ੍ਰੀਨ ਨੋਟ। ਗ੍ਰੀਨ ਨੋਟ ਨਾਨ ਐਡੀਟੇਬਲ ਫਾਰਮ ਚ ਜਾਂਦਾ ਹੈ। ਜਿਹੜਾ ਯੈਲੋ ਨੋਟ ਹੈ ਇਹ ਐਡੀਟੇਬਲ ਫਾਰਮ ਚ ਜਾਂਦਾ। ਜਿਹੜੇ ਬੰਦੇ ਨੂੰ ਆਪਾਂ ਯੈਲੋ ਨੋਟ ਚ ਟਾਈਪਿੰਗ ਕਰਕੇ ਭੇਜਦੇ ਆ ਫਾਈਲ, ਉਹ ਤੁਹਾਡੇ ਯੈਲੋ ਨੋਟ ਚ ਚੇਂਜਸ ਕਰ ਸਕਦਾ। ਇਹ ਬੇਸਿਕ ਡਿਫਰੈਂਸ ਹੈ ਜੀ ਗ੍ਰੀਨ ਨੋਟ ਤੇ ਯੈਲੋ। ਸਰ ਇਹ ਸਮਝ ਆ ਗਿਆ ਬੇਸਿਕ ਡਿਫਰੈਂਸ ਕੀ ਆ ਗ੍ਰੀਨ ਤੇ ਯੈਲੋ ਚ? ਓਕੇ। ਜੀ ਹੁਣ ਆਪਾਂ ਨੋਟਿੰਗ ਟਾਈਪ ਕਰ ਰਹੇ ਆ, ਦੇਖੋ ਆਪਾਂ ਐਡ ਗ੍ਰੀਨ ਨੋਟ ਕਰਦੇ ਆ। ਦੇਖੋ ਇਹਦੇ ਚ ਕੀ ਆ,
ਭਾਜੀ ਹੁਣ ਕਰਾਵਾਂ ਜੁਆਇਨ ਕਿ ਨਾ ਕਰਾਵਾਂ BDPO ਹੈ ਠੀਕ ਹੈ ਇਹਨਾਂ ਦੇ ਡਿਪਾਰਟਮੈਂਟ ਦੀ ਪਰ ਹੁਣ ਸਾਰਾ ਤਾਂ ਲੰਘ ਗਿਆ ਹੁਣ ਇਹਦੇ ਵਿੱਚੋਂ ਕੋਈ ਸਮਝ ਡਿਲੀਟ ਆਏ ਠੀਕ ਹੈ ਜੀ ਆਪਾਂ ਨੋਟਿੰਗ ਟਾਈਪ ਕਰ ਲਈ ਆਪਾਂ ਐਡ ਗ੍ਰੀਨ ਨੋਟ ਕੀਤਾ ਤਾਂ ਆਪਣੇ ਉਹ ਇੱਥੇ ਆਪਾਂ ਟਾਈਪ ਕਰ ਸਕਦੇ ਹਾਂ ਠੀਕ ਹੈ ਜੀ ਆਹ ਦੇਖੋ ਆਪਾਂ ਨੋਟਿੰਗ ਟਾਈਪ ਕਰ ਲਈ ਹੁਣ ਆਪਾਂ ਫਾਈਲ ਦੀ ਮੂਵਮੈਂਟ ਕਰਕੇ ਦੇਖਦੇ ਹਾਂ ਜਿਹੜਾ ਨੋਟ ਆਪਾਂ ਟਾਈਪ ਕੀਤਾ ਉਹ ਦੂਜੇ ਬੰਦੇ ਨੂੰ ਕਿੱਦਾਂ ਡਿਸਪਲੇ ਹੁੰਦਾ ਹੈ ਇੱਥੋਂ ਆਪਾਂ ਸੈਂਡ ਤੇ ਜਾਣਾ ਆ ਦੇਖੋ ਇਦਾਂ ਆਪਣੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜੀ ਰਸੀਟ ਡਾਇਰੀ ਕਰਕੇ ਆਪਾਂ ਮਲਟੀਪਲ ਪਰਸਨਸ ਨੂੰ ਭੇਜ ਸਕਦੇ ਹਾਂ ਆ ਦੇਖੋ ਫਾਈਲ ਹਮੇਸ਼ਾ ਇੱਕੋ ਬੰਦੇ ਨੂੰ ਜਾਏਗੀ ਆ ਦੇਖੋ ਇਹਦੇ ਚ ਕੱਲੀ 2 CC ਦਾ ਆਪਸ਼ਨ ਹੀ ਹੈ ਨਹੀਂ ਇੱਥੇ ਆਪਾਂ ਨਾਮ ਦੇ ਇਨੀਸ਼ੀਅਲਸ ਪਾਵਾਂਗੇ ਡ੍ਰੌਪ ਡਾਊਨ ਚ ਆ ਜਾਣਗੇ ਸਾਰੇ ਤੁਸੀਂ ਉਹਨਾਂ ਦਾ ਡਿਪਾਰਟਮੈਂਟ ਡੈਜ਼ਿਗਨੇਸ਼ਨ ਨੇਮ ਧਿਆਨ ਨਾਲ ਦੇਖ ਕੇ ਭੇਜਣੀ ਹੈ ਠੀਕ ਹੈ ਜੀ ਇੱਥੇ ਐਡਰੈਸ ਪਾਤਾ ਉਹਦੇ ਬਾਅਦ ਚੋਂ ਕਰ ਦਿਓ ਸੈਂਡ ਹੁਣ ਇਹ ਫਾਈਲ ਕੀ ਕੀਤਾ ਆਪਾਂ ਕ੍ਰੀਏਟ ਕਰਕੇ ਦੂਜੇ ਬੰਦੇ ਨੂੰ ਭੇਜੀ ਆ ਤਾਂ ਉਹ ਫਾਈਲ ਉਹਨਾਂ ਦੇ ਇਨਬਾਕਸ ਚ ਆਏਗੀ ਜੀ ਆ ਦੇਖੋ ਆਹ ਫਾਈਲ ਸੀ ਜਿਹੜੀ ਆਪਾਂ ਹੁਣੇ ਭੇਜੀ ਹੈ ਇਹਨਾਂ ਨੂੰ ਠੀਕ ਹੈ ਜੀ ਆ ਦੇਖੋ ਟਾਈਮ ਡੇਟ ਵੀ ਆ ਗਈ ਕਰਨ ਦੇ ਆਓ ਮੈਂ ਕਿਆ ਕਰੀ ਨਾ ਉਹ ਵੈ ਜੋ ਮੈਂ ਜਿਹੜੇ ਨੰਬਰ ਆ ਕੇ ਰੱਖਣਾ ਜਿਹੜਾ ਯਾਰ ਚੱਕੋ ਜੀ ਅੱਜ ਆਪਣੇ ਨਵੇਂ ਨੀਚੇ ਪੇਜ ਕਿੱਥੇ ਪਾਇਆ ਹੈਲੋ ਇਹ ਜਿਆਦਾ ਜਾਈ ਹਾਂਜੀ ਸਰ ਹਾਂਜੀ 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 ਸਰ ਟ੍ਰੈਫਿਕ ਕਿੰਨੀ ਆਉਂਦੇ ਟ੍ਰਾਫਿਕ 13 ਭਰੀਆਂ ਨਹੀਂ ਉਸੇ ਦੇ ਰਹੇ ਨੇ ਰਿਪੋਰਟਾਂ ਜ਼ਿਆਦਾ ਆਉਣਗੀਆਂ ਉਹ ਤਾਂ ਭੇਜੀ ਇਹ ਵੀ ਆ ਰਿਹਾ ਹੈ ਠੀਕ ਹੈ ਨਹੀਂ ਇਹਦੇ ਜਿੰਨੀਆਂ ਬਣੀਆਂ ਸੀ ਇਹਦੇ ਵਿੱਚ ਉਨੀਆਂ ਪਾਈਆਂ ਇਹਦਾ ਤਾਂ ਜਿੰਨੇ ਬੰਦੇ ਨੇ ਭੇਜੀਆਂ ਰਿਪੋਰਟ ਆਪਾਂ ਨੂੰ ਹਾਂ ਇਹਦਾ 4 ਲੱਖ ਦੇ ਵਿੱਚ ਹਾਂ ਗ੍ਰਾਹ ਦੇ ਲਓ ਠੀਕ ਹੈ ਤੇਰਾ ਨੇ ਨਾ ਗ੍ਰਾਮਾਂ ਟੂਲ ਦੇ ਵਿੱਚ ਵੀ ਹੈਗੀ ਆ ਹਾਂ ਮੋਨੀਟਰ ਦਾ ਪੁੱਛਣਾ ਮੰਗੀ ਤੋਂ 14 ਵੋਟਾਂ 10 ਭਰੀਆਂ ਹਾਂ ਉਹ ਤੁਹਾਨੂੰ ਮੈਂ ਮੇਲ ਆਈਡੀ ਦੱਸਦਾ eoffice.helpdesk ਹਾਂ ਸਰ ਸ਼ੀਟ ਤਾਂ ਹੈਗੀ ਆ ਤੁਹਾਡੇ ਕੋਲ ਤੁਸੀਂ ਅਕਾਊਂਟ ਬਣਾ ਲਏ ਸੀ ਉਹਨਾਂ ਦੇ eoffice ਦੇ ਅੰਦਰ EMD ਦੇ ਅੰਦਰ ਮੈਂ ਸਰ ਉਹੀ ਕਹਿ ਰਿਹਾ ਨਾ ਜਿੱਦਾਂ ਟ੍ਰਾਂਸਫਰ ਹੋ ਗਈ ਹੈ ਨਾ ਉਹ ਅੱਜ ਦੁਪਹਿਰ ਨੂੰ ਨਾ 2 ਵਜੇ ਤੋਂ ਬਾਅਦ EMD ਦੀ ਟ੍ਰੇਨਿੰਗ ਹੈ ਤੁਸੀਂ ਉਹ ਜੁਆਇਨ ਕਰ ਲਿਓ ਉਹ ਜਿਹੜਾ ਤੁਹਾਡੇ ਕੋਲ ਲਿੰਕ ਹੈਗਾ ਟ੍ਰੇਨਿੰਗ ਵਾਲਾ ਜੀ ਜਿਹੜੀ ਹਾਂ ਉਹਨਾਂ ਨੂੰ ਕਹਿ ਦਿਓ ਜਿਨ੍ਹਾਂ ਨੇ ਵੀ ਕਰਨੀ ਹੈ ਨਾ EMD 'ਚ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਕਹੋ ਦੁਪਹਿਰ ਨੂੰ 2 ਵਜੇ ਤੋਂ ਬਾਅਦ ਟ੍ਰੇਨਿੰਗ ਸਰਵਰ ਦਾ ਆਪਣਾ ਟ੍ਰੇਨਿੰਗ ਦਾ ਲਿੰਕ ਹੋਣਾ ਤੁਹਾਡੇ ਕੋਲ WebEx ਦੀ ਉਹ 2 ਵਜੇ ਤੋਂ ਬਾਅਦ ਜੁਆਇਨ ਕਰ ਲੈਣ ਉਹਦੇ 'ਚ ਸਾਰਾ ਦੱਸਣਾ ਕਿ ਸਰ EMD ਨਹੀਂ ਦੁਬਾਰਾ ਬਣਾਉਣੀ ਸਰ ਤੁਸੀਂ ਫਾਈਲ ਓਪਨ ਕਰਦੇ ਆ ਜੀ ਫਿਰ ਫੋਨ ਨਾ ਚੱਕੋ ਇਹਨਾਂ ਦੇ ਫੇਕ ਠੀਕ ਹੈ ਜੀ ਆਹ ਗ੍ਰੀਨ ਨੋਟ ਸੀ ਜਿਹੜਾ ਆਪਣਾ ਨੋਟ ਟਾਈਪ ਕਰਕੇ ਭੇਜਿਆ ਆ ਦੇਖੋ ਇਹ ਨਾਨ ਐਡਿਟੇਬਲ ਫਾਰਮ ਚ ਠੀਕ ਹੈ ਜੀ ਹੁਣ ਸਪੋਜ਼ ਜਿਹਨੂੰ ਆਪਾਂ ਇਹ ਫਾਈਲ ਭੇਜੀ ਆ ਉਹਨਾਂ ਨੇ ਇਹਦੇ ਚ ਤੁਹਾਨੂੰ ਕੁਝ ਐਡਿਟ ਕਰਨ ਨੂੰ ਕਹਿਣਾ ਜਾਂ ਸਪੋਜ਼ ਆ 2 ਲਾਈਨਾਂ ਐਡ ਕਰਨ ਨੂੰ ਕਹਿਤੀਆਂ ਜੀ ਠੀਕ ਹੈ ਸਪੋਜ਼ ਆ 2 ਲਾਈਨਾਂ ਐਡ ਕਰਨ ਨੂੰ ਕਹਿਣੀਆਂ ਆਪਾਂ ਨੂੰ ਜਿਨ੍ਹਾਂ ਨੂੰ ਆਪਾਂ ਫਾਈਲ ਭੇਜੀ ਆ ਉਹ ਕੀ ਕਰਨਗੇ ਆਪਣਾ ਐਡ ਗ੍ਰੀਨ ਨੋਟ ਕਰਨਗੇ ਠੀਕ ਹੈ ਸਪੋਜ਼ ਉਹਨਾਂ ਨੇ ਆ 2 ਲਾਈਨਾਂ ਐਡ ਕਰਨ ਨੂੰ ਕਹਿਤੀਆਂ ਆਪਾਂ ਨੂੰ ਠੀਕ ਹੈ ਜੀ ਉਹਦੇ ਬਾਅਦ ਚ ਉਹ ਫਾਈਲ ਆਪਾਂ ਨੂੰ ਸੈਂਡ ਨਾ ਦੇਖੋ ਸੈਂਡ ਬੈਕ ਕਰਨ ਦਾ ਵੀ ਆਪਸ਼ਨ ਆਉਂਦਾ ਜਿੱਦਾਂ ਆਪਾਂ ਨੂੰ ਫਾਈਲ ਕਿਸੇ ਨੇ ਭੇਜੀ ਆ ਠੀਕ ਹੈ ਜੀ ਆਪਾਂ ਉਹਨਾਂ ਨੂੰ ਵਾਪਸ ਭੇਜਣੀ ਆ ਫਾਈਲ ਤਾਂ ਆਪਾਂ ਸੈਂਡ ਬੈਕ ਕਰਾਂਗੇ ਸੈਂਡ ਬੈਕ ਕਰਨ ਨਾਲ ਕਿ ਜੀ ਆਟੋਮੈਟਿਕਲੀ ਜਿੱਥੋਂ ਫਾਈਲ ਆਈ ਹੈ ਟੂ ਚ ਐਡਰੈਸ ਆ ਜਾਏਗਾ ਤੁਹਾਨੂੰ ਟਾਈਪ ਕਰਨ ਦੀ ਲੋੜ ਨਹੀਂ ਪਏਗੀ ਇਹਨੂੰ ਕਰ ਦਿਓ ਸੈਂਡ ਆਪਾਂ ਠੀਕ ਹੈ ਜੀ ਉਹਦੇ ਬਾਅਦ ਚੋਂ ਆ ਫਾਈਲ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਜਿਹੜਾ ਨੋਟ 1 ਆਪਾਂ ਭੇਜਿਆ ਸੀ ਆਪਾਂ ਨੂੰ ਦੂਜੇ ਬੰਦੇ ਨੇ ਆ ਲਾਈਨ ਐਡ ਕਰਨ ਨੂੰ ਕਹਿਤੀ ਆਪਾਂ ਕੀ ਕਰਨਾ ਇੱਥੋਂ ਐਡ ਗ੍ਰੀਨ ਨੋਟ ਕਰ ਲੈਣਾ ਜੀ ਇਧਰੋਂ ਪ੍ਰੀਵੀਅਸ ਨੋਟਿੰਗਸ ਖੋਲ ਲਓ ਜੋ
ਜੋ ਨੋਟਿੰਗ ਪੋਰਸ਼ਨ ਤੁਹਾਡਾ ਸਹੀ ਹੈ ਉਹ ਕਾਪੀ ਕਰਕੇ ਪੇਸਟ ਕਰ ਲਓ ਜੀ। ਉਹਦੇ ਬਾਅਦ ਚ ਜੋ ਤੁਹਾਡੇ ਸੀਨੀਅਰ ਜਾਂ ਕਲੀਗ ਨੇ ਲਾਈਨ ਐਡ ਕਰਨ ਨੂੰ ਕਿਹਾ ਉਹ ਕਾਪੀ ਕਰਕੇ ਪੇਸਟ ਕਰ ਦਿਓ। ਉਹਦੇ ਬਾਅਦ ਚ ਫਾਈਲ ਦੀ ਮੂਵਮੈਂਟ ਕਰ ਦਿਓ ਤੇ ਆਪਣਾ ਫਾਈਲ ਦੇਖਿਓ, ਆਪਣਾ ਫਾਈਨਲ ਨੋਟ ਤਿਆਰ ਹੋ ਜਾਣਾ ਹੈ। ਠੀਕ ਹੈ ਜੀ, ਆ ਦੇਖੋ। ਔਰ ਸਰ ਇੱਕ ਵਾਰੀ ਗ੍ਰੀਨ ਨੋਟਿੰਗ ਚ ਜੋ ਆਪਾਂ ਟਾਈਪ ਕਰਕੇ ਭੇਜਤਾ ਉਹ ਡਿਲੀਟ ਨਹੀਂ ਹੋਣਾ ਜੀ। ਈ ਫਾਈਲ ਚੋਂ ਕੁਝ ਵੀ ਡਿਲੀਟ ਨਹੀਂ ਹੋਣਾ। ਆ ਦੇਖੋ, ਆਪਾਂ ਨੋਟ 1 ਭੇਜਿਆ ਸੀ, ਦੂਜਾ ਨੋਟ ਉਹਨਾਂ ਨੇ ਭੇਜਿਆ ਵੀ ਇਹਦੇ ਚ ਆ ਐਡ ਕਰ ਦਿਓ। ਆਪਾਂ ਕੀ ਕੀਤਾ, ਫਾਈਨਲ ਨੋਟ ਤਿਆਰ ਕਰਤਾ। ਇਹਦੇ ਚ ਰਿਕਾਰਡ ਰਹਿੰਦਾ ਤੁਸੀਂ ਕੀ ਨੋਟਿੰਗ ਟਾਈਪ ਕਰਕੇ ਭੇਜੀ ਸੀ, ਤੁਹਾਡੇ ਸੀਨੀਅਰ ਜਾਂ ਕਲੀਗ ਨੇ ਕੀ ਚੇਂਜਸ ਕਰਨ ਨੂੰ ਉਹਦੇ ਚ ਕਹੀ ਹੈ ਜੀ। ਟਰਾਂਸਪੇਰੈਂਸੀ ਪੂਰੀ ਹੈ ਜੀ ਇਹਦੇ ਚ। ਠੀਕ ਹੈ ਜੀ, ਹੁਣ ਇਦਾਂ ਹੀ ਆਪਾਂ ਯੈਲੋ ਨੋਟ ਦੀ ਵਰਕਿੰਗ ਦੇਖਦੇ ਹਾਂ। ਐਡ ਯੈਲੋ ਨੋਟ ਕਰ ਲਿਆ ਆਪਾਂ, ਨੋਟਿੰਗ ਟਾਈਪ ਕਰ ਲਈ। ਉਹਦੇ ਬਾਅਦ ਚ ਆਪਾਂ ਇਹਦੀ ਮੂਵਮੈਂਟ ਕਰ ਦਿੰਦੇ ਹਾਂ ਜੀ ਫਾਈਲ ਦੀ। ਠੀਕ ਹੈ, ਸੈਂਡ ਆਪਾਂ ਉਦੋਂ ਕਰਨਾ ਜਦੋਂ ਨਵੇਂ ਬੰਦੇ ਨੂੰ ਭੇਜਣਾ। ਅਗਰ ਜਿੱਥੋਂ ਫਾਈਲ ਆਪਾਂ ਵਾਪਸ ਭੇਜਣੀ ਹੈ, ਜਿੱਥੋਂ ਆਪਾਂ ਨੂੰ ਫਾਈਲ ਆਈ ਹੈ, ਉਸ ਕੇਸ ਚ ਆਪਾਂ ਸੈਂਡ ਬੈਕ ਕਰਨਾ। भैया पक्का बता दे बड़ा कौन कर अरे भैया ਠੀਕ ਹੈ ਜੀ, ਆਪਾਂ ਐਡ ਯੈਲੋ ਨੋਟ ਕਰਾਂਗੇ। ਆਪਾਂ ਨੋਟਿੰਗ ਟਾਈਪ ਕਰ ਲਈ ਜੀ। ਉੱਪਰ ਨਾ ਆਪਣੇ ਕੋਲ ਇੱਕ ਬਟਨ ਹੈ ਸਬਮਿਟ ਦਾ, ਤੁਸੀਂ ਇੱਥੇ ਕਲਿੱਕ ਕਰਨਾ ਜਦੋਂ ਵੀ ਯੈਲੋ ਨੋਟ ਕਰਨਾ ਆਪਾਂ। ਔਰ ਜਿਹੜੀ ਨੋਟਿੰਗ ਹੈ ਚਾਹੇ ਗ੍ਰੀਨ ਹੈ ਯੈਲੋ ਹੈ, ਆਟੋ ਸੇਵਡ ਹੈ ਜੀ। ਆ ਦੇਖੀ ਉੱਪਰ ਮੈਸੇਜ ਆ ਰਿਹਾ ਨਾ ਲਾਸਟ ਸੇਵ ਦਾ, ਆਪਾਂ ਸਬਮਿਟ ਤੇ ਕਲਿੱਕ ਕਰਨਾ। ਉਹਦੇ ਬਾਅਦ ਚੋਂ ਆਪਣੇ 3 ਬਟਨ ਸ਼ੋ ਹੋਣੇ ਆ, ਐਡਿਟ, ਡਿਸਕਾਰਡ ਤੇ ਕਨਫਰਮ। ਠੀਕ ਹੈ ਜੀ, ਐਡਿਟ, ਡਿਸਕਾਰਡ ਤੇ ਕਨਫਰਮ ਇਹ 3 ਬਟਨ ਸ਼ੋ ਹੋਣਗੇ ਜਦੋਂ ਆਪਾਂ ਸਬਮਿਟ ਬਟਨ ਤੇ ਕਲਿੱਕ ਕਰਾਂਗੇ। ਉਹਦੇ ਬਾਅਦ ਚੋਂ ਆਪਾਂ ਇਹਦੀ ਮੂਵਮੈਂਟ ਕਰਦੇ ਹਾਂ ਫਾਈਲ ਦੀ, ਦੇਖਦੇ ਹਾਂ ਦੂਜੇ ਬੰਦੇ ਨੂੰ ਕਿੱਦਾਂ ਯੈਲੋ ਨੋਟ ਡਿਸਪਲੇ ਹੁੰਦਾ। ਉਹ ਪਾਪਾ ਜਾਗਾ ਪੱਟੀ ਦਾ ਪੂਰਾ ਨੌ ਕੀ ਆ ਪੂਰਾ ਨਾਮ ਉਹਦਾ ਪਨ ਕੀ ਆ ਬਈ ਦੇਖੀ ਵਾਲਾ ਜਿਹਾ ਨੌ ਨਹੀਂ ਮੈਨੂੰ ਪਤਾ ਲੱਗਣਾ ਭਾਈ ਯਾਰ। ਆ ਮੈਂ ਖੋਲ ਕੇ ਦੇਖੀ ਇੱਧਰ ਕੰਟੈਕਟ ਜਿਵੇਂ ਇੱਧਰ ਕਰਦਾ ਰਿਕਾਰਡਿੰਗ ਚੱਲਦੀ ਹੈ ਫਿਰ ਵਿੱਚ ਆ ਜਾਊਗਾ। ਠੀਕ ਹੈ ਜੀ, ਆ ਦੇਖੋ ਹੁਣ ਆ ਜਿਹੜਾ ਕੰਪਿਊਟਰ ਨੰਬਰ ਹੈ ਨਾ ਤੇ ਯੈਲੋ ਮਾਰਕ ਹੈ, ਤਾਂ ਮਤਲਬ ਇਸ ਫਾਈਲ ਦੇ ਅੰਦਰ ਯੈਲੋ ਨੋਟ ਅਟੈਚ ਹੈ ਜੀ। ਠੀਕ ਹੈ ਜੀ, ਇੱਥੋਂ ਫਾਈਲ ਓਪਨ ਕਰ ਲਓ। ਠੀਕ ਹੈ ਜੀ, ਹੁਣ ਜਿਹੜੇ ਬੰਦੇ ਨੂੰ ਆਪਾਂ ਯੈਲੋ ਨੋਟ ਭੇਜਿਆ ਸੀ ਉਹਨਾਂ ਨੂੰ ਵੀ 3 ਬਟਨ ਸ਼ੋ ਹੋਣਗੇ, ਐਡਿਟ, ਡਿਸਕਾਰਡ ਤੇ ਕਨਫਰਮ। ਅਗਰ ਉਹਨਾਂ ਨੇ ਕੁਝ ਚੇਂਜਸ ਕਰਨੇ ਆ ਤਾਂ ਉਹ ਐਡਿਟ ਤੇ ਜਾਣਗੇ। ਦੇਖੋ ਚੇਂਜਸ ਕਰਤੇ, ਉਹਦੇ ਬਾਅਦ ਚੋਂ ਕੱਢ ਕੇ ਜਾਊਗੀ ਮੱਥਾ ਵੀ ਕੱਲ ਲਾਓ ਤਾਂ ਕੱਢੂਗੀ ਹੁਣ ਲਾਓ। ਆਪਾਂ ਚੇਂਜਸ ਕਰਤੇ। ਉਹਦੇ ਬਾਅਦ ਚ ਆਪਾਂ ਦੁਬਾਰਾ ਸਬਮਿਟ ਬਟਨ ਤੇ ਕਲਿੱਕ ਕਰਨਾ ਜੀ ਯੈਲੋ ਨੋਟ 'ਚ ਚੇਂਜਸ ਕਰਨ ਤੋਂ ਬਾਅਦ। ਠੀਕ ਹੈ ਜੀ, ਆਪਾਂ ਨੂੰ ਇਦਾਂ ਉਹਦੇ ਬਾਅਦ ਚੋਂ ਆਉਂਦਾ ਡਿਸਕਾਰਡ ਦਾ ਆਪਸ਼ਨ। ਅਗਰ ਆਪਾਂ ਇਹ ਨੋਟ ਖਤਮ ਕਰਨਾ ਤਾਂ ਆਪਾਂ ਡਿਸਕਾਰਡ ਤੇ ਕਲਿੱਕ ਕਰਾਂਗੇ, ਇਹ ਨੋਟ ਡਿਲੀਟ ਹੋ ਜਾਏਗਾ ਜੀ। ਯੈਲੋ ਨੋਟ ਡਿਲੀਟ ਹੋ ਸਕਦਾ ਜੀ, ਗ੍ਰੀਨ ਨਹੀਂ ਹੋਏਗਾ ਕਦੀ ਵੀ। ਇਹਨੂੰ ਡਿਸਕਾਰਡ ਕਰ ਦਿਓ, ਡਿਲੀਟ ਹੋ ਜਾਏਗਾ। ਠੀਕ ਹੈ ਜੀ, ਹੁਣ ਅਗਰ ਤੁਹਾਡੇ ਸੀਨੀਅਰ ਜਾਂ ਕਲੀਗ ਨੇ ਤੁਹਾਨੂੰ ਯੈਲੋ ਨੋਟ ਭੇਜਿਆ ਟਾਈਪ ਕਰਕੇ, ਇਹ ਤੁਹਾਡੀ ਮਰਜ਼ੀ ਹੈ ਤੁਸੀਂ ਉਹਨੂੰ ਗ੍ਰੀਨ 'ਚ ਕਨਫਰਮ ਕਰਨਾ ਕਿ ਨਹੀਂ, ਕਿਉਂਕਿ ਜਿਹੜਾ ਬੰਦਾ ਯੈਲੋ ਨੋਟ ਨੂੰ ਕਨਫਰਮ ਕਰੇਗਾ, ਠੀਕ ਹੈ, ਜਦੋਂ ਕਨਫਰਮ ਕਰੇਗਾ ਔਰ ਉਹਦੀ ਮੂਵਮੈਂਟ ਜਦੋਂ ਆਪਾਂ ਕਨਫਰਮ ਤੇ ਕਲਿੱਕ ਕਰਦੇ ਹਾਂ ਜੀ ਗ੍ਰੀਨ ਨੋਟ 'ਚ ਕਨਵਰਟ ਹੋ ਜਾਏਗਾ। ਔਰ ਜਿਹੜਾ ਬੰਦਾ ਯੈਲੋ ਨੋਟ ਨੂੰ ਗ੍ਰੀਨ 'ਚ ਕਨਫਰਮ ਕਰੇਗਾ ਔਰ ਉਹਦੀ ਫਾਈਲ ਦੀ ਮੂਵਮੈਂਟ ਕਰ ਦੇਗਾ, ਉਸ ਬੰਦੇ ਦੀ ਨਾਮ ਔਰ ਡੈਜ਼ਿਗਨੇਸ਼ਨ ਦੀ ਸਟੈਂਪ ਜਾਏਗੀ। ਔਰ ਜਿਹੜਾ ਇਹ ਨੋਟ ਹੋਏਗਾ ਯੈਲੋ, ਉਹਦੀ ਅਥੈਂਟੀਕੇਸ਼ਨ ਉਸ ਬੰਦੇ ਦੇ ਨਾਂ ਤੇ ਆਏਗੀ ਵੀ ਉਸ ਬੰਦੇ ਨੇ ਨੋਟ ਟਾਈਪ ਕੀਤਾ ਸੀ ਫਾਈਲ 'ਚ। ਆਹ ਦੇਖੋ, ਇਹ ਤੁਹਾਡੀ ਮਰਜ਼ੀ ਹੈ ਕਿਸੇ ਦਾ ਯੈਲੋ ਨੋਟ ਟਾਈਪ ਕੀਤਾ ਹੋਇਆ ਤੁਸੀਂ ਗ੍ਰੀਨ 'ਚ ਕਨਫਰਮ ਕਰਨਾ ਜਾਂ ਨਹੀਂ। ਆ ਦੇਖੋ, ਜਦੋਂ ਆਪਾਂ ਕਨਫਰਮ ਕਰਾਂਗੇ ਨਾ ਇਹ ਗ੍ਰੀਨ 'ਚ ਕਨਵਰਟ ਹੋ ਗਿਆ ਜੀ। ਠੀਕ ਹੈ ਜੀ, ਇਹਦੀ ਮੂਵਮੈਂਟ ਕਰਤੀ ਆ, ਇਹਨੂੰ ਕਰ ਦਿਓ ਸੈਂਡ।
ਆ ਦੇਖੋ ਆ ਆਪਣਾ ਯੈਲੋ ਨੋਟ ਸੀ। ਇਹ ਜਿਹੜੇ ਆਪਾਂ ਜਿਹੜੇ ਬੰਦੇ ਨੇ ਇਹਨੂੰ ਕਨਫਰਮ ਕਰਤਾ ਗ੍ਰੀਨ ਚ, ਉਹਦੇ ਨਾਮ ਔਰ ਡੈਜ਼ਿਗਨੇਸ਼ਨ ਦੀ ਸਟੈਂਪ ਜਾਏਗੀ। ਠੀਕ ਹੈ ਸਰ, ਇੱਥੇ ਤੱਕ ਸਮਝ ਆ ਗਿਆ ਗ੍ਰੀਨ ਤੇ ਯੈਲੋ ਦਾ ਕੀ ਡਿਫਰੈਂਸ ਹੈ? ਓਕੇ ਸਰ ਓਕੇ। ਸਰ ਇੱਥੇ ਤੱਕ ਸਮਝ ਆ ਗਿਆ ਜੀ? ਓਕੇ ਸਰ ਓਕੇ। ਸਰ ਇਹ ਤਾਂ ਸਮਝ ਆ ਗਿਆ ਵੀ ਇਹ ਗ੍ਰੀਨ ਤੇ ਯੈਲੋ ਦਾ ਕੀ ਫਰਕ ਹੈਗਾ, ਵੀ ਗ੍ਰੀਨ ਦੇ ਵਿੱਚ ਚੇਂਜਿੰਗ ਨਹੀਂ ਹੁੰਦੀਆਂ, ਯੈਲੋ ਦੇ ਵਿੱਚ ਚੇਂਜ ਹੋ ਜਾਂਦਾ। ਪਰ ਇਨ ਦੀ ਕੇਸ ਜੇ ਅਸੀਂ ਜਿਹੜਾ ਯੈਲੋ ਨੋਟ ਆਇਆ ਹੈਗਾ ਉਹਨੂੰ ਯੈਲੋ ਹੀ ਫਾਰਵਰਡ ਕਰਨਾ, ਫਿਰ ਉਹਦਾ ਕੀ ਹੱਲ ਹੈ ਜੀ? ਠੀਕ ਹੈ ਸਰ, ਕਈ ਵਾਰ ਕੀ ਹੁੰਦਾ ਆਪਾਂ ਗ੍ਰੀਨ ਨੋਟ ਦੇ ਨਾਲ ਨਾ ਕੋਈ ਅਟੈਚਮੈਂਟ ਲਾਉਣੀ ਹੁੰਦੀ ਹੈ, ਉਹ ਹਮੇਸ਼ਾ ਗ੍ਰੀਨ ਨੋਟ 'ਚ ਹੀ ਲੱਗੇਗੀ ਜੀ। ਦੇਖੋ ਆਪਾਂ ਐਡ ਗ੍ਰੀਨ ਨੋਟ ਕੀਤਾ ਜੀ, ਆਪਾਂ ਨੋਟਿੰਗ ਟਾਈਪ ਕਰ ਲਈ। ਜੇ ਹੁਣ ਇਹਦੇ ਨਾਲ ਕੋਈ ਅਟੈਚਮੈਂਟ ਲਾਉਣੀ ਹੈ ਤਾਂ ਆਪਾਂ ਕੀ ਕਰਨਾ, ਇੱਥੋਂ ਸਕਰੋਲ ਡਾਊਨ ਕਰਾਂਗੇ, ਇੱਥੇ ਅਟੈਚ ਦਾ ਆਪਸ਼ਨ ਹੈ, ਦੇਖੋ। ਠੀਕ ਹੈ ਜੀ, ਅਟੈਚ ਜਿਹੜਾ ਆਪਾਂ ਨੋਟਿੰਗ ਦੇ ਨਾਲ ਕੋਈ ਵੀ ਅਟੈਚਮੈਂਟ ਲਾਉਣੀ ਹੈ ਨਾ ਸਰ, ਉਹ ਸਿਰਫ PDF ਦੀ ਫਾਰਮ 'ਚ ਲੱਗੇਗੀ ਜੀ। ਅਟੈਚ ਤੇ ਗਏ, ਠੀਕ ਹੈ ਸਰ, ਆਪਾਂ ਗ੍ਰੀਨ ਨੋਟਿੰਗ ਦੇ ਨਾਲ ਅਗਰ ਕੋਈ ਅਟੈਚਮੈਂਟ ਲਗਾਣੀ ਹੈ ਉਹ ਸਿਰਫ PDF ਦੀ ਫਾਰਮ 'ਚ ਲੱਗੇਗੀ। ਇੱਥੇ ਅਟੈਚ 'ਚ ਜਾਓ, ਠੀਕ ਹੈ ਜੀ। ਔਰ ਅਗਰ ਜਿੱਦਾਂ ਸਪੋਜ਼ ਆਪਾਂ ਕੋਈ ਗਲਤ ਅਟੈਚਮੈਂਟ ਲਾਤੀ ਹੈ PDF ਦੀ, ਉਹ ਫਾਈਲ ਦੀ ਮੂਵਮੈਂਟ ਤੋਂ ਪਹਿਲਾਂ ਹੀ ਡਿਲੀਟ ਹੋਏਗੀ। ਇੱਕ ਵਾਰੀ ਫਾਈਲ ਦੀ ਮੂਵਮੈਂਟ ਹੋ ਗਈ ਫਿਰ ਡਿਲੀਟ ਨਹੀਂ ਹੋਏਗਾ ਜੀ, ਡਿਲੀਟ ਕਰ ਦਿਆ। ਮੂਵਮੈਂਟ ਕਰਕੇ ਦੇਖਦੇ ਹਾਂ ਦੂਜੇ ਬੰਦੇ ਨੂੰ ਅਟੈਚਮੈਂਟ ਕਿੱਦਾਂ ਸ਼ੋ ਹੁੰਦੀ ਹੈ ਜਿਹੜੀ ਆਪਾਂ ਗ੍ਰੀਨ ਨੋਟ ਦੇ ਨਾਲ ਲਾਈ ਹੈ ਜੀ। ਆ ਦੇਖੋ ਸਰ, ਆਪਾਂ ਆ ਗ੍ਰੀਨ ਨੋਟਿੰਗ ਦੇ ਨਾਲ ਨਾ ਅਟੈਚਮੈਂਟ ਲਾ ਕੇ ਭੇਜੀ ਸਰ। ਇੱਥੇ ਕਲਿੱਕ ਕਰੋ, ਅਗਰ ਤਾਂ ਤੁਸੀਂ ਇਹ ਪੜ੍ਹਨੀ ਆ ਸਿਰਫ ਤਾਂ ਰੇਡੀਓ ਬਟਨ ਤੇ ਪਹਿਲਾਂ ਹੀ ਟਿਕਿਆ ਓਪਨ ਵਿਦ ਫਾਇਰਫੌਕਸ, ਇੱਥੋਂ ਓਪਨ ਹੋ ਜੇ, ਅਲੱਗ ਵਿੰਡੋ 'ਚ ਡਿਸਪਲੇ ਹੋ ਜਾਏਗੀ, ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਠੀਕ ਹੈ ਸਰ, ਰਾਹ ਸਮਝ ਆ ਗਿਆ ਜੀ ਇੱਥੇ ਤਾਈਂ? ਸਰ ਇੱਥੇ ਤੱਕ ਸਮਝ ਆ ਗਿਆ ਜੀ ਸਾਰਿਆਂ ਨੂੰ? ਹਾਂਜੀ ਹਾਂਜੀ ਸਰ। ਅੱਜ ਸਾਰੀ ਅੱਜ ਖਤਮ ਕਰਾਵਾਂਗੇ, ਅੱਧੀ ਕੱਲ ਕਰਾਵਾਂ ਜੀ? ਨਵੇੜੋ ਸਰ ਜਾਊਗੀ, ਨਵੇੜ ਦੋ ਸਰ, ਨਵੇੜ ਦੋ ਜੀ। ਠੀਕ ਹੈ ਜੀ ਸਰ, ਉੱਪਰ ਨਾ ਆਪਣੇ ਕੋਲ ਆਪਸ਼ਨ ਆ ਕੁਝ, ਦੇਖੋ ਡਰਾਫਟ ਹੈ, ਰੈਫਰੈਂਸ ਹੈ, ਲਿੰਕ ਹੈ। ਮੈਂ ਪਹਿਲਾਂ ਤੁਹਾਨੂੰ ਰੈਫਰੈਂਸ ਦਾ ਦੱਸ ਦਿੰਦਾ। ਰੈਫਰੈਂਸ ਦੇ ਅੰਦਰ ਲੋਕਲ ਰੈਫਰੈਂਸ 'ਚ ਕੀ ਹੈ ਜੀ, ਆਪਾਂ ਕਿਸੇ ਵੀ ਫਾਰਮੈਟ ਦੀ ਫਾਈਲ ਅਟੈਚ ਕਰ ਸਕਦੇ ਹਾਂ। ਇੱਥੋਂ ਦੇਖੋ, ਜਦੋਂ ਆਪਾਂ ਰੈਫਰੈਂਸ ਦੇ ਅੰਦਰ ਲੋਕਲ ਰੈਫਰੈਂਸ 'ਚ ਗਏ ਤਾਂ ਆਪਣੇ ਕੋਲ ਰਾਈਟ ਹੈਂਡ ਸਾਈਡ ਤੇ ਆ ਵਿੰਡੋ ਡਿਸਪਲੇ ਹੋਏਗੀ। ਇੱਥੋਂ ਤੁਸੀਂ ਅਪਲੋਡ ਫਾਈਲ ਤੇ ਜਾਓ, ਆ ਦੇਖੋ ਇਹਦੇ 'ਚ ਤੁਸੀਂ ਇਹਦੇ 'ਚ ਐਕਸਲ ਦੀ ਸ਼ੀਟ ਵੀ ਅਟੈਚ ਹੋ ਜਾਂਦੀ ਹੈ। ਆ ਦੇਖੋ, ਠੀਕ ਹੈ ਜੀ। ਇਹਦੇ 'ਚ ਇਮੇਜ ਨਹੀਂ ਲੱਗੇਗੀ, ਬਾਕੀ ਤੁਹਾਡੀ PDF ਵੀ ਲੱਗ ਜਾਂਦੀ ਹੈ ਜੀ, ਐਕਸਲ ਦੀ ਸ਼ੀਟ ਵੀ, ਡਾਕੂਮੈਂਟ ਵੀ ਅਟੈਚ ਹੋ ਜਾਂਦਾ। ਠੀਕ ਹੈ ਜੀ, ਇਹ ਜਦੋਂ ਆਪਾਂ ਰੈਫਰੈਂਸ ਦੇ ਅੰਦਰ ਲੋਕਲ ਰੈਫਰੈਂਸ ਜੋ ਵੀ ਅਟੈਚ ਕਰਨਾ, ਅਟੈਚ ਕਰ ਦਿਓ, ਇੱਥੋਂ ਅਪਲੋਡ ਕਰ ਦਿਓ। ਉਹਦੇ ਬਾਅਦ 'ਚ ਇਹ ਵੀ ਤੁਹਾਨੂੰ ਗ੍ਰੀਨ ਨੋਟ 'ਚ ਮੈਂਸ਼ਨ ਕਰਨਾ ਹੈ ਜੀ।
Please find the attached. ਫਿਰ ਇਹ ਨਾ ਗ੍ਰੀਨ ਨੋਟ 'ਚ ਟਾਈਪ ਕਰਨਾ ਜ਼ਰੂਰੀ ਹੈ ਵੀ ਆਪਾਂ ਰੈਫਰੈਂਸ ਦੇ ਅੰਦਰ ਲੋਕਲ ਰੈਫਰੈਂਸ ਕੁਝ ਅਟੈਚ ਕੀਤਾ। ਇਹਦੀ ਮੂਵਮੈਂਟ ਕਰਕੇ ਦੇਖਦੇ ਹਾਂ ਦੂਜੇ ਬੰਦੇ ਨੂੰ ਕਿੱਦਾਂ ਡਿਸਪਲੇ ਹੁੰਦੀ ਹੈ। ਆ ਦੇਖੋ ਹੁਣ ਅਗਰ ਆਪਾਂ ਨੋਟ ਨਹੀਂ ਟਾਈਪ ਕਰਦੇ ਨਾ ਸਰ, ਪਲੀਜ਼ ਫਾਈਂਡ ਦੀ ਅਟੈਚ ਐਕਸਲ ਸ਼ੀਟ ਇਨ ਰੈਫਰੈਂਸ ਟਾਈਪ ਗਿਵਨ ਅਬਵ, ਤਾਂ ਕੀ ਹੋਣਾ ਸੀ ਆਪਾਂ ਨੂੰ ਫਰੰਟ ਤੇ ਕਿਤੇ ਡਿਸਪਲੇ ਨਹੀਂ ਹੋਏਗਾ ਵੀ ਆਪਾਂ ਰੈਫਰੈਂਸ ਦੇ ਅੰਦਰ ਕੋਈ ਫਾਈਲ ਜਾਂ ਡਾਕੂਮੈਂਟ ਅਟੈਚ ਕੀਤਾ। ਠੀਕ ਹੈ ਜੀ। ਹੁਣ ਉਹ ਬੰਦੇ ਉਹ ਤੁਹਾਡਾ ਨੋਟ ਪੜਨਗੇ, ਪਹਿਲਾਂ ਪੜ੍ਹ ਕੇ ਉਹਦੇ ਬਾਅਦ ਚੋਂ ਜਾਣਗੇ ਰੈਫਰੈਂਸ ਦੇ ਅੰਦਰ ਲੋਕਲ ਰੈਫਰੈਂਸ ਕਰ ਚੱਲ ਗਏ ਜੀ। ਆ ਦੇਖੋ ਇੱਥੋਂ ਇਹਦੇ ਤੇ ਕਲਿੱਕ ਕਰਨਗੇ, ਅਗਰ ਤਾਂ ਉਹਨਾਂ ਨੇ ਸੇਵ ਕਰਨੀ ਹੈ ਸਿਸਟਮ ਤਾਂ ਸੇਵ ਤੇ ਕਰਕੇ ਓਕੇ ਕਰਨਗੇ ਤਾਂ ਆਪਣਾ ਸਿਸਟਮ ਸੇਵ ਹੋ ਜਾਏਗੀ। ਅਗਰ ਪੜ੍ਹਨੀ ਹੈ ਸਿਰਫ ਓਪਨ ਵਿਦ ਫਾਈਲਸ ਆਪਸ਼ਨ, ਇਹ ਅਲੱਗ ਵਿੰਡੋ 'ਚ ਡਿਸਪਲੇ ਹੋ ਜਾਏਗੀ। सरकार पाने पाया जाऊंगा ਉਹਦੇ ਸਾਰੇ ਕਹਿੰਦੇ ਟਾਈਮ ਤੱਕ ਜਿਹੜੀ ਏਦਾਂ ਅਲੱਗ ਵਿੰਡੋ 'ਚ ਡਿਸਪਲੇ ਹੋ ਜਾਏਗਾ। ਠੀਕ ਹੈ ਜੀ। ਉਹਦੇ ਬਾਅਦ ਚੋਂ ਅਗਲਾ ਕੀ ਹੈਗਾ ਲਿੰਕ। ਲਿੰਕ ਦੇ ਅੰਦਰ ਅਜੇ ਸਰ ਸਿਰਫ ਇੰਟਰਨਲ ਫਾਈਲਸ ਵਰਕਿੰਗ 'ਚ ਹੈ। ਠੀਕ ਹੈ ਜੀ। ਲਿੰਕ ਦੇ ਅੰਦਰ ਅਜੇ ਸਿਰਫ ਇੰਟਰਨਲ ਫਾਈਲਸ ਵਰਕਿੰਗ 'ਚ ਹੈ ਜੀ। ਕੋਈ ਇੰਟਰਨਲ ਫਾਈਲਸ 'ਚ ਗਏ ਤੇ ਲਿੰਕ 'ਚ ਕੀ ਆ ਆਪਣੇ ਨਾ ਆਪਾਂ ਆਪਣੇ ਇਨਬਾਕਸ ਤੋਂ ਫਾਈਲ ਅਟੈਚ ਕਰ ਸਕਦੇ ਹਾਂ। ਲਿੰਕ 'ਚ ਜਿਹੜੀ ਆਪਾਂ ਫਾਈਲ ਅਟੈਚ ਕਰਦੇ ਹਾਂ ਆਪਣੇ ਇਨਬਾਕਸ ਤੋਂ, ਉਹ ਸਿਰਫ ਕਾਪੀ ਮੂਵ ਹੁੰਦੀ ਹੈ ਜੀ ਰੀਡੇਬਲ ਫਾਰਮ 'ਚ। ਓਰੀਜਨਲ ਫਾਈਲ ਆਪਣੀ ਇਨਬਾਕਸ 'ਚ ਹੁੰਦੀ ਹੈ, ਆਪਾਂ ਕੰਮ ਕਰ ਸਕਦੇ ਹਾਂ ਉਹਦੇ ਤੇ। ਠੀਕ ਹੈ ਸਰ। ਲਿੰਕ ਦੇ ਅੰਦਰ ਜਿਹੜੀ ਆਪਾਂ ਇੰਟਰਨਲ ਫਾਈਲ ਅਟੈਚ ਕਰਦੇ ਹਾਂ ਆਪਣੇ ਇਨਬਾਕਸ ਤੋਂ ਸਿਰਫ ਰੀਡੇਬਲ ਫਾਰਮ 'ਚ ਜਾਂਦੀ ਹੈ, ਕਾਪੀ ਮੂਵ ਕਰਦੇ ਓਰੀਜਨਲ ਫਾਈਲ ਆਪਣੇ ਇਨਬਾਕਸ 'ਚ ਹੀ ਰਹਿੰਦੀ ਹੈ ਜੀ। ਠੀਕ ਹੈ ਜੀ। ਇੱਥੋਂ ਅਟੈਚ ਤੇ ਗਏ, ਆਪਾਂ ਅਟੈਚ ਤੇ ਕਲਿੱਕ ਕਰਦੇ ਜਿੰਨੀਆਂ ਫਾਈਲਾਂ ਆਪਣੇ ਇਨਬਾਕਸ ਦੀਆਂ ਉਹ ਸਾਰੀਆਂ ਡਿਸਪਲੇ ਹੋਣਗੀਆਂ। ਜਿਹੜੀ ਫਾਈਲ ਤੁਸੀਂ ਅਟੈਚ ਕਰਨੀ ਹੈ ਰੇਡੀਓ ਬਟਨ ਤੇ ਕਲਿੱਕ ਕਰਕੇ ਅਟੈਚ ਕਰ। ਠੀਕ ਹੈ ਜੀ। ਉਹਦੇ ਬਾਅਦ ਚੋਂ ਇਹ ਵੀ ਤੁਹਾਨੂੰ ਗ੍ਰੀਨ ਨੋਟ 'ਚ ਮੈਂਸ਼ਨ ਕਰਨਾ ਵੀ ਆਪਾਂ ਲਿੰਕ ਦੇ ਅੰਦਰ ਕੋਈ ਫਾਈਲ ਅਟੈਚ ਕੀਤੀ ਸੀ। ਇਹਦੇ ਪਤਾ ਕੱਢੀਏ ਇਹਦੀ ਪਰ ਆਇਆ ਅਗਰ ਮੇਰੇ ਸਾਹਮਣੇ ਯਾਰ ਰਸਤਾ ਤੇਰਾ ਆ ਫਾਈਲ ਸੀ ਜੀ ਆਪਣੀ ਦੇਖੋ। ਆ ਦਿੱਤੀ ਇਹ ਸੀ ਤੁਹਾਡਾ ਖਾਲੀ ਨੋਟ ਦੀ ਪੜ ਫੋਟੋ ਲੈਣਗੇ ਪਲੀਜ਼ ਫਾਈਂਡ ਦਾ ਅਟੈਚਡ ਫਾਈਲ ਇਨ ਲਿੰਕ ਟੈਬ। ਲਿੰਕ 'ਚ ਜਾ ਕੇ ਇੰਟਰਨਲ ਫਾਈਲਸ 'ਚ ਜਾਣਗੇ ਜੀ। ਹੈ ਵੀ ਨਹੀਂ ਇਹ ਆਪਣੇ ਸਿਰਫ ਰੀਡੇਬਲ ਫਾਰਮ 'ਚ ਜਾਂਦੀ ਹੈ ਜੀ ਲਿੰਕ 'ਚ ਰੀਫਿਲ ਫਾਈਲ। ਚਾਰਜ ਦਿੱਤਾ ਹੈ। ਆ ਦੇਖੋ ਜੀ, ਆ ਜਿਹੜੀ ਫਾਈਲ ਆਪਾਂ ਲਿੰਕ 'ਚ ਅਟੈਚ ਕੀਤੀ ਹੈ ਨਾ, ਇਹ ਸਿਰਫ ਰੀਡੇਬਲ ਫਾਰਮ 'ਚ ਆਉਂਦੀ ਹੈ ਜੀ। ਓਰੀਜਨਲ ਫਾਈਲ ਆਪਣੇ ਇਨਬਾਕਸ 'ਚ ਹੀ ਰਹੇਗੀ। ਆ ਦੇਖੋ ਆਪਾਂ ਸਿਰਫ ਪੜ੍ਹ ਸਕਦੇ ਹਾਂ ਇਹਨੂੰ, ਇਹਦੇ 'ਚ ਕੋਈ ਚੇਂਜਸ ਨਾ ਗ੍ਰੀਨ ਨੋਟ ਲੱਗੇਗਾ ਨਾ ਕੋਈ ਹੋਰ ਅਟੈਚਮੈਂਟ ਹੋਏਗੀ। ਠੀਕ ਹੈ ਜੀ। ਉਹਦੇ ਬਾਅਦ 'ਚ ਆ ਗਿਆ ਡਿਟੇਲ। ਹਾਂ ਲਿੰਕ। ਠੀਕ ਹੈ ਜੀ। ਲਿੰਕ ਤੋਂ ਅੱਗੇ ਆ ਗਿਆ ਆਪਣੇ ਕੋਲ ਡਿਟੇਲਸ। ਇਹਦੇ 'ਚ ਕੀ ਹੈ ਫਾਈਲ ਦੀ ਡਿਟੇਲ ਆ ਜਾਏਗੀ ਪੂਰੀ। ਫਾਈਲ ਦਾ ਨੰਬਰ ਕੀ ਹੈ, ਸਬਜੈਕਟ ਕੀ ਹੈ ਜੀ, ਉਹਦੇ ਬਾਅਦ 'ਚ ਉਹਦਾ ਰਿਮਾਰਕਸ ਕੀ ਹੈ, ਮੇਨ ਕੈਟੇਗਰੀ ਕੀ ਹੈ, ਸਬ ਕੈਟੇਗਰੀ ਕੀ ਹੈ। ਠੀਕ ਹੈ ਜੀ। ਉਹਦੇ ਬਾਅਦ 'ਚ ਆ ਜਾਂਦੀ ਹੈ ਮੂਵਮੈਂਟ। ਇਹਦੇ 'ਚ ਕੀ ਹੈ ਫਾਈਲ ਦੀ ਮੂਵਮੈਂਟ ਆ ਜਾਂਦੀ ਹੈ ਸਾਰੀ, ਉਹ ਕਿਹੜੇ ਕਿਹੜੇ ਅਕਾਊਂਟ 'ਚ ਹੋ ਕੇ ਆਈ ਹੈ ਜੀ, ਐਟ ਪ੍ਰੈਜ਼ੈਂਟ ਕਿਹਦੇ ਕੋਲ ਪਈ ਹੈ। ਅਗਲਾ ਆ ਜਾਂਦਾ ਜੀ ਐਡਿਟ। ਐਡਿਟ ਉਹੀ ਕਰ ਸਕਦਾ ਜੀ ਫਾਈਲ ਕਵਰ ਨੂੰ ਜਿਹਨੇ ਫਾਈਲ ਕ੍ਰੀਏਟ ਕੀਤੀ ਹੈ। ਆਪਾਂ ਐਡਿਟ ਤੇ ਗਏ, ਏਦਾਂ ਫਾਈਲ ਕਵਰ ਓਪਨ ਹੋ ਜਾਂਦਾ ਜੀ।
ਆ ਦੇਖੋ ਆਪਾਂ ਇਹਦੀ ਫਾਈਲ ਨੰਬਰ ਨਹੀਂ ਚੇਂਜ ਕਰ ਸਕਦੇ, ਡਿਸਕ੍ਰਿਪਸ਼ਨ ਚੇਂਜ ਹੋ ਜਾਏਗੀ। ਆ ਦੇਖੋ ਆਪਾਂ ਡਿਸਕ੍ਰਿਪਸ਼ਨ ਤੇ ਉਹ ਚੇਂਜ ਕੀਤਾ ਜੀ। ਆ ਦੇਖੋ ਇਹਦੀ ਡਿਟੇਲਸ ਚੈੱਕ ਕਰ ਲਓ। ਇੱਥੇ ਆਪਾਂ ਫॉर ਟ੍ਰਾਂਸਫਰ ਆਪਾਂ ਫॉर ਟ੍ਰੇਨਿੰਗ ਪਰਪਸ ਲਿਖਿਆ ਸੀ, ਆਪਾਂ ਸਬਜੈਕਟ ਚੇਂਜ ਕੀਤਾ ਐਡਿਟ ਤੇ ਜਾ ਕੇ। ਇੱਥੇ ਆਪਾਂ ਟੈਸਟਿੰਗ ਕਰਤੀ, ਚੇਂजेस ਹੋ ਗਏ। ਸੈਂਡ ਬੈਕ ਦਾ ਮੈਂ ਤੁਹਾਨੂੰ ਦੱਸਿਆ ਸੀ, ਜਿੱਥੋਂ ਫਾਈਲ ਆਈ ਆ ਆਪਾਂ ਉਹਨਾਂ ਨੂੰ ਵਾਪਸ ਭੇਜਣੀ ਆ, ਤਾਂ ਆਪਾਂ ਸੈਂਡ ਬੈਕ ਕਰਾਂਗੇ ਜੀ। ਸੈਂਡ ਅਗਰ ਆਪਾਂ ਕਿਸੇ ਨਵੇਂ ਬੰਦੇ ਨੂੰ ਭੇਜਣੀ ਹੈ ਜੀ ਫਾਈਲ, ਉਹਦੇ ਬਾਅਦ ਚੋਂ ਅੱਗੇ ਆ ਗਿਆ ਆਪਣੇ ਕੋਲ ਅਟੈਚਮੈਂਟ ਚ। ਦੇਖੋ ਅਟੈਚਮੈਂਟ ਚ ਫਾਈਲ ਵੀ ਅਟੈਚ ਹੁੰਦੀ ਹੈ, ਰਸੀਟ ਵੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਲਿੰਕ ਚ ਵੀ ਫਾਈਲ ਅਟੈਚ ਹੁੰਦੀ ਹੈ, ਇੰਟਰਨਲ ਫਾਈਲਸ। ਲਿੰਕ ਚ ਜਿਹੜੀ ਫਾਈਲ ਅਟੈਚ ਹੁੰਦੀ ਸੀ ਜੀ, ਉਹ ਕਾਪੀ ਮੂਵ ਹੁੰਦੀ ਹੈ, ਓਰੀਜਨਲ ਫਾਈਲ ਆਪਣੇ ਇਨਬਾਕਸ 'ਚ ਹੀ ਰਹਿੰਦੀ ਹੈ, ਸਿਰਫ ਰੀਡੇਬਲ ਫਾਰਮ 'ਚ ਜਾਂਦੀ ਹੈ। ਅਟੈਚਮੈਂਟ 'ਚ ਜਿਹੜੀ ਫਾਈਲ ਆਪਾਂ ਅਟੈਚ ਕਰਦੇ ਹਾਂ ਜੀ, ਆਪਣੇ ਅਕਾਊਂਟ 'ਚ ਓਰੀਜਨਲ ਫਾਈਲ ਮੂਵ ਹੁੰਦੀ ਹੈ, ਔਰ ਅਗਲਾ ਬੰਦਾ ਜਿਹਨੂੰ ਆਪਾਂ ਫਾਈਲ ਭੇਜਦੇ ਹਾਂ ਅਟੈਚਮੈਂਟ 'ਚ ਲਾ ਕੇ ਫਾਈਲ, ਉਹ ਇਸ ਫਾਈਲ ਤੇ ਕੰਮ ਵੀ ਕਰ ਸਕਦਾ। ਏਦਾਂ ਹੀ ਰਸੀਟ ਅਟੈਚ ਹੋ ਜਾਏਗੀ। ਅਟੈਚ ਫਾਈਲ ਤੇ ਗਏ, ਆਪਣੇ ਇਨਬਾਕਸ ਦੀਆਂ ਫਾਈਲਾਂ ਆ ਗਈਆਂ, ਜਿਹੜੀਆਂ ਅਟੈਚ ਕਰਨੀਆਂ ਰੇਡੀਓ ਬਟਨ ਤੇ ਟਿਕ ਕਰਕੇ ਅਟੈਚ ਕਰ ਦਿਓ। ਰਿਮਾਰਕਸ ਪਾ ਦਿਓ। ਠੀਕ ਹੈ ਜੀ, ਆ ਫਾਈਲ ਅਟੈਚ ਹੋ ਗਈ। ਇਹ ਵੀ ਤੁਹਾਨੂੰ ਗ੍ਰੀਨ ਨੋਟ 'ਚ ਮੈਂਸ਼ਨ ਕਰਨਾ ਪੈਣਾ। ਠੀਕ ਹੈ ਜੀ, ਉਹ ਤੁਹਾਡਾ ਨੋਟ ਪੜ੍ਹ ਲੈਣਗੇ। ਉਹਦੇ ਬਾਅਦ ਚੋਂ ਅਟੈਚਮੈਂਟ 'ਚ ਜਾਣਗੇ ਫਾਈਲ। ਅਗਰ ਤਾਂ ਉਹਨਾਂ ਨੇ ਸਿਰਫ ਫਾਈਲ ਪੜ੍ਹਨੀ ਹੈ ਤਾਂ ਇੱਥੇ ਕਲਿੱਕ ਕਰਨਗੇ, ਫਾਈਲ ਅਲੱਗ ਵਿੰਡੋ 'ਚ ਡਿਸਪਲੇ ਹੋ ਜਾਏਗੀ। ਇਨ ਕੇਸ ਉਹਨਾਂ ਨੇ ਇਸ ਫਾਈਲ ਤੇ ਕੰਮ ਕਰਨਾ ਤਾਂ ਇੱਥੋਂ ਚੈੱਕ ਬਾਕਸ ਤੇ ਟਿਕ ਕਰਕੇ ਡੀ ਅਟੈਚ ਫਾਈਲ ਕਰਨਗੇ। ਇੱਥੇ ਰਿਮਾਰਕਸ ਪਾ ਦਿਓ। ਇਹ ਫਾਈਲ ਆਪਣੇ ਇਨਬਾਕਸ 'ਚ ਆ ਗਈ ਹੋਈ। ਜਿਹੜੀ ਫਾਈਲ ਆਪਾਂ ਡੀ ਅਟੈਚ ਕੀਤੀ ਸੀ, ਆ ਦੇਖੋ ਆਹ ਫਾਈਲ ਸੀ ਜਿਹੜੀ ਆਪਾਂ ਡੀ ਅਟੈਚ ਕੀਤੀ, ਇਹ ਆਪਣੇ ਇਨਬਾਕਸ 'ਚ ਆ ਗਈ। ਇੱਥੋਂ ਫਾਈਲ ਓਪਨ ਹੋ ਜਾਏਗੀ। ਇਹਦੇ ਦੇਖ ਲਓ ਤੁਸੀਂ ਗ੍ਰੀਨ ਨੋਟ ਵੀ ਟਾਈਪ ਕਰ ਸਕਦੇ ਹੋ। ਠੀਕ ਹੈ ਜੀ, ਜੋ ਫਾਈਲ ਤੇ ਕੰਮ ਕਰਨਾ ਕਰ ਸਕਦੇ। ਠੀਕ ਹੈ ਜੀ, ਸਪੋਜ਼ ਤੁਸੀਂ ਆਪਾਂ ਆਹ ਫਾਈਲ ਡੀ ਅਟੈਚ ਕੀਤੀ ਸੀ, ਆਹ ਫਾਈਲ ਆਪਾਂ ਇੱਥੋਂ ਡੀ ਅਟੈਚ ਕੀਤੀ ਸੀ। ਠੀਕ ਹੈ ਜੀ, ਤੁਹਾਡੀ ਮਰਜ਼ੀ ਹੈ, ਜਦੋਂ ਤੁਸੀਂ ਇਸ ਫਾਈਲ ਤੇ ਕੰਮ ਕਰ ਲਿਆ, ਇਹ ਫਾਈਲ ਦੁਬਾਰਾ ਇਹਦੇ 'ਚ ਅਟੈਚਮੈਂਟ 'ਚ ਲਾ ਕੇ ਭੇਜਣੀ ਹੈ, ਜਾਂ ਤੁਸੀਂ ਕੱਲੀ ਕੱਲੀ ਫਾਈਲ ਦੀ ਮੂਵਮੈਂਟ ਕਰਨੀ ਹੈ। ਠੀਕ ਹੈ ਜੀ, ਇਹ ਤੁਹਾਡੀ ਮਰਜ਼ੀ ਹੈ। ਆਹ ਵਾਲੀ ਫਾਈਲ ਦੁਬਾਰਾ ਇਹਦੇ 'ਚ ਅਟੈਚਮੈਂਟ 'ਚ ਲਾ ਕੇ ਭੇਜਣੀ ਹੈ, ਇੰਡੀਵਿਜੂਅਲੀ ਕੱਲੀ ਕੱਲੀ ਫਾਈਲ। ਠੀਕ ਹੈ ਜੀ, ਆਪਣਾ ਲਾਸਟ ਆਪਸ਼ਨ ਰਹਿ ਗਿਆ ਇਹਦੇ 'ਚ ਡਰਾਫਟ। ਡਰਾਫਟ ਡਰਾਫਟ 'ਚ ਕੀ ਹੈ ਜੀ, ਅਗਰ ਆਪਾਂ ਫਾਈਲ ਦੇ ਅੰਦਰ ਕੋਈ ਪੁਰਾਣਾ ਡਰਾਫਟ ਦੇਖਣਾ ਲੱਗਿਆ ਤਾਂ ਵਿਊ ਡਰਾਫਟ ਕਰਾਂਗੇ, ਨਹੀਂ ਤਾਂ ਕ੍ਰੀਏਟ ਨਿਊ ਡਰਾਫਟ। ਕੀ ਕਰਦੇ ਆ? ਕੰਪਿਊਟਰ ਤੇ ਕਰ ਲੈਂਦੇ ਆ। ਕੰਮ ਕਰਦੇ ਤੇਰਾ ਕੰਮ ਕਰਨ ਕਿਵੇਂ ਆ? ਆਪਾਂ ਜਾਵਾਂਗੇ ਡਰਾਫਟ। ਆਪਾਂ ਇਹਦੇ 'ਚ ਕੀ ਆ, ਆਪਣੇ ਕੋਲ ਲੈਟਰ ਆਇਆ ਸੀ, ਆਪਾਂ ਉਹਦਾ ਜਵਾਬ ਭੇਜਣਾ। ਆਪਾਂ ਕਰਾਂਗੇ ਕ੍ਰੀਏਟ ਨਿਊ ਡਰਾਫਟ। ਠੀਕ ਹੈ, ਜਦੋਂ ਵੀ ਡਰਾਫਟ ਟਾਈਪ ਕਰਨਾ ਤੁਸੀਂ ਟੈਬ ਨਹੀਂ ਯੂਜ਼ ਕਰਨਾ। ਠੀਕ ਹੈ ਜੀ, ਤੁਸੀਂ ਸਪੇਸ ਜਾਂ ਉੱਪਰ ਆਪਣੇ ਕੋਲ ਆਪਸ਼ਨ ਗਿਵਨ ਹੈ, ਇਹ ਯੂਜ਼ ਕਰਨੇ। ਕਿਉਂਕਿ ਜਦੋਂ ਇਹ ਡਰਾਫਟ ਅਪਰੂਵ ਹੋਇਆ ਅਪਰੂਵਿੰਗ ਅਥਾਰਟੀ ਤੋਂ, ਇਹ ਪੀਡੀਐਫ 'ਚ ਕਨਵਰਟ ਹੋਣਾ। ਅਗਰ ਆਪਾਂ ਟੈਬ ਯੂਜ਼ ਕਰਾਂਗੇ ਤਾਂ ਉਹਨੂੰ ਐਜ਼ ਸਪੇਸ ਕਾਊਂਟ ਕਰੇਗਾ, ਔਰ ਤੁਹਾਡੇ ਡਰਾਫਟ ਦੀ ਅਲਾਈਨਮੈਂਟ ਖਰਾਬ ਹੋ ਜਾਣੀ ਹੈ। ਸਬਜੈਕਟ ਆ ਗਿਆ ਜੀ ਤੁਹਾਡਾ। ਤੁਹਾਡਾ ਮੈਟਰ ਆ ਗਿਆ ਡਰਾਫਟ ਦਾ।
ਠੀਕ ਹੈ ਜੀ, ਇਹ ਆਪਣਾ ਮੈਟਰ ਆ ਗਿਆ ਡਰਾਫਟ ਦਾ। ਉਹਦੇ ਬਾਅਦ ਚੋਂ ਇੱਧਰ ਦੇਖੋ ਕੁਛ ਨਾ ਹੈਸ਼ਟੈਗਸ ਗਿਵਨ ਹੈ, ਅਪਰੂਵਡ ਬਾਈ ਨੇਮ, ਅਪਰੂਵਡ ਬਾਈ ਡੈਜ਼ਿਗਨੇਸ਼ਨ। ठीक है जी, अप्रूव्ड बाय अप्रूव्ड डेट। ठीक है जी, ये तुसी हैश टू हैश कॉपी करने हैं ताइयों प्रॉपरली वर्क करेंगे। ठीक है जी, ਉਹਦੇ ਬਾਅਦ ਚੋਂ ਇੱਧਰ ਆ ਗਈ ਡਰਾਫਟ ਦੀ ਡਿਟੇਲ। ਇੱਥੋਂ ਆਪਾਂ ਹੁਣ ਕੀ ਕਰਦੇ, ਅਗਰ ਤਾਂ ਆਪਾਂ ਕਿਸੇ ਡਿਪਾਰਟਮੈਂਟ ਤੋਂ ਜਵਾਬ ਮੰਗਣਾ, ਉਸ ਕੇਸ ਤਾਂ ਆਪਣਾ ਡਰਾਫਟ ਰਹਿੰਦਾ ਨਿਊ ਤੇ ਫਰੈਸ਼। ਹੁਣ ਜਿੱਦਾਂ ਆਪਣੇ ਕੋਲ ਲੈਟਰ ਆਇਆ ਸੀ ਡਾਇਰੀ ਕਰਕੇ, ਆਪਾਂ ਉਹਦਾ ਜਵਾਬ ਭੇਜਣਾ, ਇੱਥੋਂ ਆਪਾਂ ਕਰਾਂਗੇ ਰਿਪਲਾਈ। ਆ ਦੇਖੋ ਰਿਪਲਾਈ ਕੀਤਾ, ਉੱਪਰ ਆਟੋਮੈਟਿਕਲੀ ਸਾਰਾ ਫਿਲ ਹੋ ਗਿਆ ਜੀ। ਆ ਕਮਿਊਨੀਕੇਸ਼ਨ ਡਿਟੇਲ ਵੀ ਆ ਗਈ। ਉਹਦੇ ਬਾਅਦ ਚੋਂ ਆਪਾਂ ਇਹ ਡਰਾਫਟ ਕਰਨਾ ਜੀ ਸੇਵ। ਸੇਵ ਕਰਨ ਤੋਂ ਬਾਅਦ 3 ਬਟਨ ਸ਼ੋ ਹੋਣਗੇ। ਠੀਕ ਹੈ ਜੀ, ਇਹਨੂੰ ਸੇਵ ਕਰਨ ਤੋਂ ਬਾਅਦ ਆਪਾਂ ਭੇਜਣਾ ਅਪਰੂਵਿੰਗ ਅਥਾਰਟੀ ਕੋਲ। ਇਹ ਵੀ ਤੁਹਾਨੂੰ ਗ੍ਰੀਨ ਨੋਟ 'ਚ ਮੈਂਸ਼ਨ ਕਰਨਾ ਪੈਣਾ। ਤੁਸੀਂ ਫਾਈਲ ਨੰਬਰ ਤੇ ਗਏ, ਇੱਥੇ ਐਡ ਗ੍ਰੀਨ ਨੋਟ ਕਰੋ। ਇਹਦੇ 'ਚ ਆਪਾਂ ਕੀ ਲਿਖਣਾ, ਪਲੀਜ਼ ਫਾਈਂਡ ਦਾ ਟੈਸਟ ਪਲੀਜ਼ ਫਾਈਂਡ ਦਾ ਟੈਸਟ ਡਰਾਫਟ ਐਂਡ ਅਪਰੂਵ। ਹੁਣ ਜਾਮਣ ਦਾ ਬੂਟੇ ਜਾਮਣ ਦੇ ਖਾਣੇ ਹੀ ਹੈ, ਜਦੋਂ ਪੱਤਾ ਖਾ ਲਿਆ ਅੰਬ ਵੀ ਖਾਣੇ। ਠੀਕ ਹੈ ਜੀ, ਇਹਨੂੰ ਭੇਜਦੇ ਆਪਾਂ ਅਪਰੂਵਿੰਗ ਅਥਾਰਟੀ ਨੂੰ। ਅੰਬ ਖਾਣੇ ਆ, ਮੈਨੂੰ ਪਤਾ ਹੀ ਹੈ। ਭੇਜਤਾ ਜੀ। ਹੁਣ ਮੈਂ ਦਸੰਬਰ ਦਾ ਖਾਣਾ। ਠੀਕ ਹੈ ਜੀ, ਆਹ ਦੇਖੋ ਇੱਥੇ ਗ੍ਰੀਨ ਮਾਰਕ ਆ ਗਿਆ। ਇਹਦਾ ਮਤਲਬ ਇਹ ਹੈ ਇਸ ਫਾਈਲ ਦੇ ਨਾਲ ਗ੍ਰੀਨ ਆਪਣਾ ਡਰਾਫਟ ਅਟੈਚ ਹੈ। ਇੱਥੇ ਗਏ, ਹੁਣ ਉਹ ਤੁਹਾਡੇ ਸੀਨੀਅਰ ਅਪਰੂਵਿੰਗ ਅਥਾਰਟੀ ਨੋਟ ਪੜ੍ਹ ਲੈਣਗੇ ਤੁਹਾਡਾ। ਉਹਦੇ ਬਾਅਦ ਚੋਂ ਡਰਾਫਟ 'ਚ ਜਾਣਗੇ, ਵਿਊ ਡਰਾਫਟ। ਠੀਕ ਹੈ ਜੀ, ਉਹ ਡਰਾਫਟ ਨੰਬਰ ਤੋਂ ਤੁਹਾਡਾ ਡਰਾਫਟ ਓਪਨ ਕਰ ਲੈਣਗੇ। ਅਗਰ ਤਾਂ ਉਹਨਾਂ ਨੇ ਕੁਝ ਚੇਂਜਸ ਕਰਨੇ ਆ ਤਾਂ ਐਡਿਟ ਤੇ ਕਲਿੱਕ ਕਰਨਗੇ। ਸਪੋਜ਼ ਉਹਨਾਂ ਨੇ ਆਹ ਡਿਲੀਟ ਕਰ ਦੇਣਾ, ਇੰਨਾ ਆਹ ਡਿਲੀਟ ਕਰਤਾ, ਚੇਂਜਸ ਹੋ ਗਏ। ਠੀਕ ਹੈ ਜੀ, ਉਹਦੇ ਬਾਅਦ ਚੋਂ ਸੇਵ ਕਰਨਾ ਇਹਨੂੰ ਦੁਬਾਰਾ ਉਹਨਾਂ ਨੇ। ਸੇਵ ਕਰਕੇ ਉਹ ਕੀ ਕਰਨਗੇ, ਇਹਨੂੰ ਕਰ ਦੇਣਗੇ ਅਪਰੂਵ। ਆ ਦੇਖੋ ਇੱਥੇ ਮੈਸੇਜ ਆਇਆ, ਵਾਂਸ ਡਰਾਫਟ ਗੈਟ ਅਪਰੂਵਡ ਨੋ ਫਰਦਰ ਚੇਂਜਸ ਕੈਨ ਬੀ ਮੇਡ। ਓਕੇ, ਆ ਦੇਖੋ ਇਹ ਪੀਡੀਐਫ 'ਚ ਕਨਵਰਟ ਹੋ ਗਿਆ। ਅਗਰ ਇੱਥੇ ਟੈਬ ਯੂਜ਼ ਕੀਤਾ ਹੁੰਦਾ ਤਾਂ ਇਹਦੀ ਅਲਾਈਨਮੈਂਟ ਹਿਲ ਜਾਣੀ ਸੀ ਸਾਰੀ। ਠੀਕ ਹੈ ਜੀ, ਉਹਦੇ ਬਾਅਦ ਚੋਂ ਨਾ ਥੱਲੇ ਅਪਰੂਵਰ ਕੋਲ ਦੋ ਆਪਸ਼ਨ ਆਉਂਦੇ ਆ, ਡਿਸਪੈਚ ਬਾਈ ਸੈਲਫ ਐਂਡ ਡਿਸਪੈਚ ਬਾਈ ਸੀਆਰਯੂ। ਅਗਰ ਤਾਂ ਉਹਨਾਂ ਨੇ ਖੁਦ ਡਿਸਪੈਚ ਕਰਨਾ ਅਪਰੂਵਿੰਗ ਅਥਾਰਟੀ ਨੇ ਤਾਂ ਉਹ ਡਿਸਪੈਚ ਬਾਈ ਸੈਲਫ ਕਰਨਗੇ, ਨਹੀਂ ਤਾਂ ਉਹ ਡਿਸਪੈਚ ਬਾਈ ਸੀਆਰਯੂ ਕਰਨਗੇ। ਠੀਕ ਹੈ ਜੀ, ਉਹਦੇ ਬਾਅਦ ਚੋਂ ਕੀ ਆ, ਡਿਸਪੈਚ ਬਾਈ ਸੀਆਰਯੂ ਜਦੋਂ ਕਰਨਗੇ, ਸੀਆਰਯੂ ਯੂਜ਼ਰ ਦੇ ਨਾ ਇੱਥੇ ਆਪਸ਼ਨ ਆ ਜਾਣਗੇ ਜੀ ਥੱਲੇ। ਜਿੰਨੇ ਤੁਹਾਡੇ ਆਪਣੇ ਡਿਸਪੈਚਰ ਹੋਣਗੇ ਉਹਨਾਂ ਦਾ ਨਾਮ ਆ ਜਾਏਗਾ। ਉਹਦੇ ਚੋਂ ਡ੍ਰੌਪ ਡਾਊਨ ਤੋਂ ਸਿਲੈਕਟ ਕਰਕੇ ਉਹਨਾਂ ਨੇ ਅਗਰ ਫॉलो ਅਪ ਲੈਣਾ ਤਾਂ ਸੈਂਡ ਵਿਦ ਫॉलो ਅਪ, ਨਹੀਂ ਤਾਂ ਸੈਂਡ ਵਿਦਆਊਟ ਫॉलो ਅਪ ਉਹ ਭੇਜ ਦੇਣਗੇ ਜੀ। ਠੀਕ ਹੈ ਜੀ, ਡਿਸਪੈਚਰ ਨੇ ਕੀ ਕਰਨਾ, ਆਪਣਾ ਆਈਡੀ ਲੌਗਇਨ ਕੀਤੀ ਹੋਏਗੀ, ਉਹ ਫਾਈਲ ਮੈਨੇਜਮੈਂਟ ਸਿਸਟਮ ਖੋਲੇਗਾ, ਉਹ ਡਿਸਪੈਚ 'ਚ ਜਾਏਗਾ। ਇਹ ਡਿਸਪੈਚਰ ਦਾ ਕੰਮ ਦੱਸਦਾ, ਉਹ ਡਿਸਪੈਚ 'ਚ ਜਾਏਗਾ ਇਨਬਾਕਸ। ਠੀਕ ਹੈ ਜੀ, ਉਹਨੇ ਕੀ ਕਰਨਾ, ਪਹਿਲਾਂ ਇਸ਼ੂ ਨੂੰ ਰਿਸੀਵ ਕਰਨਾ, ਚੈੱਕ ਬਾਕਸ ਤੇ ਟਿਕ ਕਰਕੇ ਉਹਨੂੰ ਰਿਸੀਵ ਕਰੇਗਾ। ਠੀਕ ਹੈ ਜੀ, ਆ ਜਿਹੜਾ ਡਿਸਪੈਚ ਨੰਬਰ ਹੈ ਇਹ ਅਪਰੂਵਿੰਗ ਅਥਾਰਟੀ ਦੇ ਅਕਾਊਂਟ 'ਚ ਲੱਗ ਕੇ ਆਉਂਦਾ। ਠੀਕ ਹੈ ਜੀ, ਡਿਸਪੈਚਰ ਜਦ ਤੱਕ ਚੈੱਕ ਬਾਕਸ ਤੇ ਟਿਕ ਕਰਕੇ ਰਿਸੀਵ ਨਹੀਂ ਕਰੇਗਾ ਡਰਾਫਟ ਨੂੰ, ਉਨੀ ਦੇਰ ਉਹ ਡਰਾਫਟ ਨਹੀਂ ਖੋਲ ਸਕਦਾ ਜੀ। ਉਹਦੇ ਬਾਅਦ ਚੋਂ ਡਿਸਪੈਚ ਨੰਬਰ ਤੋਂ ਡਰਾਫਟ ਖੋਲ ਲੇਗਾ। ਠੀਕ ਹੈ ਜੀ, ਅਗਰ ਉਹਨੇ ਮੇਲ ਤੇ ਭੇਜਣਾ ਤਾਂ ਇੱਥੋਂ ਡਾਊਨਲੋਡ ਕਰਕੇ ਬਾਈ ਪ੍ਰਿੰਟ ਡਾਊਨਲੋਡ ਲੈ ਕੇ ਉਹ ਉਹਨਾਂ ਦੀ ਗਵਰਨਮੈਂਟ ਮੇਲ ਆਈਡੀ ਤੇ ਭੇਜ ਦੇਗਾ। ਅਗਰ ਉਹਨੇ ਬਾਈ ਪੋਸਟ ਭੇਜਣਾ ਤਾਂ ਪ੍ਰਿੰਟ ਆਊਟ ਲੈ ਕੇ ਬਾਈ ਪੋਸਟ ਭੇਜ ਦੇਗਾ ਜੀ।
ਤੇ ਇੱਥੇ ਉਹਨੇ ਜਦੋਂ ਪੋਸਟ ਤੇ ਭੇਜਣਾ, ਇੱਥੇ ਪੋਸਟਲ ਤੇ ਆਊਟ ਰਜਿਸਟਰ ਡਿਟੇਲਸ ਸਾਰੀਆਂ ਭਰਨੀਆਂ ਜੀ। ਭਰਨ ਤੋਂ ਬਾਅਦ ਉਹਨੂੰ ਆਪਣੇ ਅਕਾਊਂਟ ਚੋਂ ਸੈਂਡ ਕਰਨਾ ਜ਼ਰੂਰੀ ਹੈ। ਅਗਰ ਉਹ ਸੈਂਡ ਨਹੀਂ ਕਰਦਾ ਡਿਸਪੈਚਰ ਆਪਣੇ ਅਕਾਊਂਟ ਚੋਂ, ਤਾਂ ਇਸ ਡਰਾਫਟ ਦੀ ਉਹਦੇ ਅਕਾਊਂਟ 'ਚ ਪੈਂਡੈਂਸੀ ਸ਼ੋ ਹੋਏਗੀ ਵੀ ਉਹਨੇ ਇਹ ਜਿਹੜਾ ਆਪਣਾ ਡਰਾਫਟ ਸੀ ਅਜੇ ਤੱਕ ਡਿਸਪੈਚ ਨਹੀਂ ਕੀਤਾ ਜੀ। ਡਿਸਪੈਚਰ ਦਾ ਕੰਮ ਇੰਨਾ ਹੀ ਹੈ ਜੀ ਬਸ। ਠੀਕ ਹੈ ਜੀ। ਹੁਣ ਜਿੱਦਾਂ ਆਪਣੇ ਕੋਲ ਆ ਫਾਈਲ ਸੀ, ਹੁਣ ਜਦੋਂ ਫਾਈਲ ਤੇ ਸਾਰਾ ਕੰਮ ਹੋ ਗਿਆ ਜੀ, ਅਗਰ ਫਾਈਲ ਆਪਣੇ ਅਕਾਊਂਟ 'ਚ ਪਈ ਰਹੇਗੀ ਤਾਂ ਇਹਦੀ ਪੈਂਡੈਂਸੀ ਸ਼ੋ ਹੋਏਗੀ। ਆਪਾਂ ਇਸ 'ਚ ਕੀ ਕਰਨਾ, ਮੋਰ 'ਚ ਗਏ, ਕਲੋਜ਼ ਫਾਈਲ ਨੂੰ ਕਲੋਜ਼ ਕਰ ਦੇਣਾ। ਕਲੋਜ਼ ਵੀ ਫਾਈਲ ਨੂੰ ਉਹੀ ਕਰ ਸਕਦਾ ਜੀ ਜਿਹਨੇ ਫਾਈਲ ਬਣਾਈ ਹੈ। ਉਹਦੇ ਬਾਅਦ 'ਚ ਇੱਥੇ ਕਲੋਜ਼ਿੰਗ ਰਿਮਾਰਕਸ ਆਉਣਗੇ, ਵਰਕ ਡਨ। ਠੀਕ ਹੈ ਜੀ। ਇਹ ਫਾਈਲ ਜਿਹੜੀ ਆਪਾਂ ਕਲੋਜ਼ ਕੀਤੀ ਆ, ਇਹ ਆਪਣੇ ਕਲੋਜ਼ਡ ਦੇ ਅੰਦਰ ਬਾਈ ਮੀ 'ਚ ਹੋਏਗੀ। ਆ ਦੇਖੋ, ਕਲੋਜ਼ਡ ਬਾਈ ਮੀ 'ਚ ਜਿਹੜੀ ਫਾਈਲ ਆਪਾਂ ਕਲੋਜ਼ ਕਰਦੇ ਹਾਂ ਉਹ ਕਲੋਜ਼ਡ ਬਾਈ ਮੀ 'ਚ ਹੋਏਗੀ। ਠੀਕ ਹੈ ਜੀ। ਇਹ ਕੀ ਆ, ਕਈ ਵਾਰ ਕੀ ਹੁੰਦਾ, ਦੁਬਾਰਾ ਜਿੱਦਾਂ ਆਹ ਫਾਈਲ ਹੈ ਇਹਦੇ ਰਿਲੇਟਡ ਕੋਈ ਦੁਬਾਰਾ ਆਪਣੇ ਕੋਲ ਲੈਟਰ ਆਇਆ ਤਾਂ ਆਪਾਂ ਇਹਨੂੰ ਰੀਓਪਨ ਕਰ ਸਕਦੇ ਹਾਂ। ਇਸ ਫਾਈਲ ਤੇ ਦੁਬਾਰਾ ਕੰਮ ਕਰਨਾ ਤਾਂ ਤੁਸੀਂ ਇੱਥੋਂ ਰੀਓਪਨ ਕਰ, ਰੀਜ਼ਨ ਪੁੱਛੇਗਾ ਕਿਉਂ ਤੇ ਲਿਖ ਦਿਓ। ਠੀਕ ਹੈ ਜੀ। ਇਹ ਦੁਬਾਰਾ ਆਪਣੇ ਇਨਬਾਕਸ ਹੈ। ਠੀਕ ਹੈ ਜੀ। ਠੀਕ ਹੈ। ਉਹਦੇ ਬਾਅਦ ਚੋਂ ਅਗਰ ਤੁਸੀਂ ਕੁਝ ਸਰਚ ਕਰਨਾ ਜੀ ਤਾਂ ਆਪਾਂ ਐਡਵਾਂਸ 'ਚ ਜਾਵਾਂਗੇ। ਠੀਕ ਹੈ ਜੀ। ਇਹਦੇ 'ਚ ਫਾਈਲ, ਰਿਸੀਪਟ, ਡਿਸਪੈਚ ਜੋ ਤੁਸੀਂ ਸਰਚ ਕਰਨਾ ਕਰ ਸਕਦੇ। ਆ ਦੇਖੋ, ਬੇਸਿਕ ਪੈਰਾਮੀਟਰ ਹੈ ਇੱਥੇ, ਕੰਪਿਊਟਰ ਨੰਬਰ, ਫਾਈਲ ਨੰਬਰ, ਸਬਜੈਕਟ। ਇੱਥੇ ਸਪੋਜ਼ ਆਪਾਂ ਟੈਸਟਿੰਗ ਪਰ, ਆ ਦੇਖੋ ਟੈਸਟਿੰਗ ਦੇ ਰਿਲੇਟਡ ਜਿੰਨੀਆਂ ਫਾਈਲਾਂ ਹੋਣਗੀਆਂ ਉਹ ਸਾਰੀਆਂ ਡਿਸਪਲੇ ਹੋ ਜਾਣਗੀਆਂ ਜੀ। ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਲੋਕੇਸ਼ਨ ਕੀ ਆ ਫਾਈਲ ਦੀ, ਕਰੰਟਲੀ ਵਿਦ ਕਿਹਦੇ ਅਕਾਊਂਟ 'ਚ ਆ, ਤੇ ਕਿੰਨੇ ਦਿਨਾਂ ਤੋਂ ਪੈਂਡਿੰਗ ਹੈ ਉਹਨਾਂ ਦੇ ਅਕਾਊਂਟ। ਠੀਕ ਹੈ ਜੀ। ਸਪੋਜ਼ ਤੁਹਾਨੂੰ ਬੇਸਿਕ ਪੈਰਾਮੀਟਰ ਕੁਝ ਵੀ ਨਹੀਂ ਯਾਦ, ਤੁਸੀਂ ਐਡਵਾਂਸ ਪੈਰਾਮੀਟਰ 'ਚ ਜਾਓ। ਠੀਕ ਹੈ ਜੀ। ਇੱਥੋਂ ਤੁਹਾਨੂੰ ਕੋਈ ਇੱਕ ਚੀਜ਼ ਤਾਂ ਯਾਦ ਹੋਏਗੀ ਫਾਈਲ ਦੀ। ਇੱਥੋਂ ਸਪੋਜ਼ ਆਪਾਂ ਆ ਪਾ ਲਿਆ ਜੀ। ਠੀਕ ਹੈ ਜੀ। ਇੱਥੋਂ ਤੁਸੀਂ ਕੋਈ ਵੀ ਇੱਕ ਫਾਈਲ ਐਡ ਸਿਲੈਕਟ ਕਰ ਲਓ। ਠੀਕ ਹੈ। ਸਪੋਜ਼ ਜਿੱਦਾਂ ਆਪਾਂ ਆ ਕਰ ਲਿਆ। ਠੀਕ ਹੈ ਜੀ। ਇੱਥੇ ਤੁਸੀਂ ਕੁਝ ਵੀ ਸਿਲੈਕਟ ਕਰ ਲਓ, ਜਿੱਦਾਂ ਤੁਹਾਨੂੰ ਕੁਝ ਵੀ ਯਾਦ ਆ ਤਾਂ ਉਹਦੇ ਰਿਲੇਟਡ ਉਹ ਫਾਈਲ ਸਰਚ ਹੋ ਜਾਏਗੀ। ਆ ਦੇਖੋ,
हेलो हाँ 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 ਪੁੱਛ ਤਾਂ ਸਹੀ ਰਿਪੋਰਟ ਆਉਣੀ ਕਦੋਂ ਹੈ ਮੈਂ ਅਜੇ ਯਾਰ ਤਾਂ 5 ਲੈ ਲਾਂਗੇ ਰਿਪੋਰਟ ਉਹਦੇ 'ਚ 10 ਮਿੰਟ ਲੱਗਣੇ ਰਿਪੋਰਟ 'ਚ 5 ਮਿੰਟ 'ਚ ਨਿਕਲ ਜਾਣਾ ਉਹਨੇ ਮੰਤਰ ਪੜ੍ਹਦੇ ਕੋਈ ਨਹੀਂ ਮੈਂ ਦੇਖਦੇ ਹਾਂ ਸ਼ਾਮ ਨੂੰ ਕੋਈ ਨਹੀਂ ਚੱਲ ਦੇਖਦੇ ਹਾਂ। ਮੈਂ ਕਰੀ ਫ੍ਰੀ ਹੋ ਕੇ ਯਾਰ ਪਹਿਲਾਂ ਰਿਪੋਰਟ ਤਾਂ ਆ ਜਿਓ चल बाय मैं फ्री हो के करता 10 ਠੀਕ ਹੈ ਇੱਥੋਂ ਕੋਈ ਵੀ ਤੁਸੀਂ ਆਪਣਾ ਬੇਸ ਐਡਵਾਂਸ ਚ ਕੀ ਹੈ ਇਹਨੇ ਸਾਰੇ ਪੈਰਾਮੀਟਰਸ ਹੈ ਤੁਹਾਨੂੰ ਕੁਝ ਵੀ ਯਾਦ ਆ ਤੁਸੀਂ ਉਹਦੇ ਰਿਲੇਟਡ ਵੀ ਤਾਂ ਸਪੋਜ਼ ਫਾਈਲ ਐਡ ਹੈ ਅਗਰ ਇਹਦੇ ਰਿਗਾਰਡਿੰਗ ਆਪਣੀ ਫਾਈਲ ਬਣੀ ਹੋਏਗੀ ਇਹ ਯਾਦ ਆ ਦੇਖੋ ਆਪਾਂ ਇੱਥੇ ਫਾਈਲ ਐਡ ਸਿਲੈਕਟ ਕੀਤਾ ਕੱਲਾ ਹੈਲਥ ਉਹਦੇ ਰਿਗਾਰਡਿੰਗ ਜਿੰਨੀਆਂ ਫਾਈਲਾਂ ਹੋਣਗੀਆਂ ਸਾਰੀਆਂ ਡਿਸਪਲੇ ਹੋ ਜਾਣਗੀਆਂ ਠੀਕ ਹੈ ਬਸ ਇਹ ਫਾਈਲ ਦੀ ਟ੍ਰੇਨਿੰਗ ਇੰਨੀ ਸੀ ਰੀਫਾਈਲ ਦੀ ਟ੍ਰੇਨਿੰਗ ਇੰਨੀ ਸੀ ਜੀ ਬਸ ਓਕੇ ਸਰ ਓਕੇ ਜੀ ਥੈਂਕ ਯੂ ਠੀਕ ਹੈ ਜੀ